ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਧੂਏ ਦੀ, ਪਰਾਲੀ ਦੇ ਧੂਏ ਦੀ, ਤੇ ਇਸ ਧੂਏ ਦੇ ਵਿੱਚ ਹਵਾ ਹਵਾਈ ਹੁੰਦੇ ਉਹਨਾਂ ਦਾਅਵਿਆਂ ਦੀ ਜੋ ਪਰਾਲੀ ਨਾ ਸਾੜਨ ਨੂੰ ਲੈ ਕੇ ਕੀਤੇ ਜਾਂਦੇ ਰਹੇ ਨੇ। ਜ਼ੋਰ ਸਰਕਾਰਾਂ ਨੇ ਬਹੁਤ ਲਗਾਇਆ ਪਰ ਨਤੀਜਾ ਕੋਈ ਜ਼ਿਆਦਾ ਵੱਖਰਾ ਨਿਕਲਿਆ ਨਹੀਂ। ਤੇ ਹਾਲ ਇਹ ਹੈ ਕਿ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਵਧੇ ਨੇ। ਜੋ ਵੱਖ-ਵੱਖ ਅੰਕੜੇ ਨਜ਼ਰ ਆ ਰਹੇ ਨੇ, ਪੂਰੀ ਡਿਟੇਲ ਦੱਸਾਂਗੇ। ਹਾਲਾਂਕਿ ਇਹਨਾਂ ਅੰਕੜਿਆਂ ਦੇ ਵਿੱਚ ਇੱਕ ਤੱਥ ਇਹ ਵੀ ਹੈ ਕਿ ਦੀਵਾਲੀ ਦਾ ਤਿਉਹਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਥੋੜਾ ਜਲਦੀ ਸੀ ਤੇ ਦੀਵਾਲੀ ਦੇ ਦਿਨ ਜਾਂ ਉਸ ਮੌਕੇ ਤੇ ਉਸਦੇ ਅੱਗੇ ਪਿੱਛੇ ਜਿਹੜੇ ਦਿਨ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਆਉਂਦੇ ਨੇ। ਤਾਂ ਇਸ ਕਰਕੇ ਅੰਕੜੇ ਜ਼ਰੂਰ ਉਸ ਤਰੀਕੇ ਨਾਲ ਵੀ ਸਮਝਣ ਦੀ ਜ਼ਰੂਰਤ ਹੈ। ਹੁਣ ਸਵਾਲ ਇਹ ਵੀ ਹੈ ਕਿ ਆਖਿਰ ਕਿਉਂ ਪਰਾਲੀ ਦਾ ਕੋਈ ਪੱਕਾ ਹੱਲ ਲੱਭਣ ਦੇ ਵਿੱਚ ਅਤੇ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਪ੍ਰਸ਼ਾਸਨ ਕਾਮਯਾਬ ਨਹੀਂ ਹੋ ਪਾ ਰਿਹਾ। ਸਵਾਲ ਅੱਜ ਸਿੱਧਾ ਕਿ ਪਰਾਲੀ ਦੇ ਧੂਏ ਤੋਂ ਨਿਜਾਤ ਮਿਲੇਗੀ ਜਾਂ ਨਹੀਂ ਮਿਲੇਗੀ। ਜੇ ਮਿਲੇਗੀ ਤਾਂ ਕਿਵੇਂ ਮਿਲੇਗੀ, ਜੇ ਮਿਲੇਗੀ ਤਾਂ ਕਦੋਂ ਮਿਲੇਗੀ। हर वार की तरह इस वार भी पराली की समस्या का मुद्दा खूब गूंजिया। सरकार ने भी अपने पद्धर ते किसानों को जागरूक करने दी कोशिशां कीतियां, पर जमीनी पद्धर की तस्वीर पिछले सालों के मुकाबले ज्यादा वखरी नहीं है, क्योंकि जो कमीशन फॉर एयर क्वालिटी मैनेजमेंट के अंकड़े सामने आए ने वो सोचने के लिए जरूर मजबूर करते हैं। CAQM के मुताबिक पिछले साल के मुकाबले इस बार पराली साड़न के मामलों के 9% इजाफा होया। इस साल 15 सितंबर तो 26 अक्तूबर तक 7036 पराली साड़न के मामले सामने आए ने, जबकि पिछले साल यह अंकड़ा 6463 सी। उत्थे CAQM ने 6 ਜ਼ਿਲ੍ਹਿਆਂ ਨੂੰ हॉटस्पॉट भी दिखाया, जिन्हां दे विच ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਪਟਿਆਲਾ ਤੇ ਤਰਨਤਾਰਨ शामिल है। ਇਹ ਤਾਂ ਸੀ CAQM ਦੇ ਅੰਕੜੇ। ਹੁਣ ਤੁਹਾਨੂੰ 3 ਸਾਲਾਂ ਦੇ ਅੰਕੜਿਆਂ ਤੋਂ ਵਾਕਿਫ ਕਰਵਾਉਂਦੇ ਹਾਂ ਜੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਜਾਰੀ ਕੀਤੇ ਗਏ ਨੇ। 22 ਅਕਤੂਬਰ ਸਾਲ 2020 ਦੇ ਵਿੱਚ 1341 ਮਾਮਲੇ ਸਾਹਮਣੇ ਆਏ, ਜੋ ਕਿ 2021 ਦੇ ਵਿੱਚ ਘਟ ਕੇ 1111 ਰਹਿ ਗਏ ਤੇ 2022 ਦੇ ਵਿੱਚ 582 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ 23 ਅਕਤੂਬਰ 2020 ਦੇ ਵਿੱਚ 1282, ਜੋ 2021 ਦੇ ਵਿੱਚ ਘਟ ਕੇ 620 ਰਹਿ ਗਏ ਤੇ ਸਾਲ 2022 ਦੇ ਵਿੱਚ ਫਿਰ ਇਜ਼ਾਫਾ ਹੋਇਆ ਤੇ ਅੰਕੜਾ 902 ਤੇ ਪਹੁੰਚ ਗਿਆ। ਗੱਲ 24 ਅਕਤੂਬਰ 2020 ਦੀ ਕੀਤੀ ਜਾਵੇ ਤਾਂ ਪਰਾਲੀ ਸਾੜਨ ਦੇ 928 ਮਾਮਲੇ ਸਾਹਮਣੇ ਆਏ, ਜਦਕਿ 24 ਅਕਤੂਬਰ 2021 ਦੇ ਵਿੱਚ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਸਾਲ 2022 ਦੇ ਵਿੱਚ ਇਹ ਮਾਮਲੇ 1019 ਤੇ ਪਹੁੰਚ ਗਏ। 25 ਅਕਤੂਬਰ 2020 ਦੇ ਵਿੱਚ 1476 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ, ਜੋ 2021 ਦੇ ਵਿੱਚ ਗਿਣਤੀ 76 ਤੇ ਪਹੁੰਚ ਗਈ ਤੇ 2022 ਦੇ ਵਿੱਚ 181 ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ 26 ਅਕਤੂਬਰ 2020 ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ 2047 ਸੀ ਤੇ 2021 ਦੇ ਵਿੱਚ 329 ਤੇ 2022 ਦੇ ਵਿੱਚ 1238 ਮਾਮਲੇ ਦਰਜ ਕੀਤੇ ਗਏ। ਹੁਣ ਗੱਲ 27 ਅਕਤੂਬਰ 2020 ਦੀ, ਜਿਸ ਦਿਨ ਪਰਾਲੀ ਸਾੜਨ ਦੇ 2139 ਮਾਮਲੇ ਸਾਹਮਣੇ ਆਏ ਤੇ 2021 ਦੇ ਵਿੱਚ 279 ਤੇ 2022 ਦੇ ਵਿੱਚ 1111 ਮਾਮਲੇ ਦਰਜ ਕੀਤੇ ਗਏ। ਤੇ ਹੁਣ ਗੱਲ ਸਰਕਾਰ ਦੇ ਦਾਅਵੇ ਦੀ। ਖੇਤੀਬਾੜੀ ਮੰਤਰੀ ਇਹ ਦਾਅਵਾ ਕਰ ਰਹੇ ਨੇ ਕਿ ਇਸ ਸਾਲ ਪਰਾਲੀ ਸਾੜਨ ਦੇ ਵਿੱਚ ਕਮੀ ਆਈ ਹੈ। ਕੇਸ ਵਧੇ ਨੇ ਜਾਂ ਉਨੇ ਨੇ ਜਿਹੜੇ ਉਹ 9% ਕਹਿ ਰਹੇ, ਉਹ 9% ਕਹਿ ਰਹੇ ਵਧੇ ਨੇ? ਨਾ, ਬਿਲਕੁਲ ਘਟੇ ਆ ਜੀ। ਉਹਨਾਂ ਕੋਲ ਜਿਹੜਾ 20 ਵਾਲਾ ਅੰਕੜਾ ਤੇ ਵੇਖਣ, 21 ਵਾਲਾ ਅੰਕੜਾ ਵੇਖਣ, ਕਿੱਥੇ ਆ ਗਏ। ਉਹ ਕਿਵੇਂ ਕਹਿ ਰਹੇ ਕਿ 9% ਵਧੇ? ਉਹ ਜ਼ਿਲ੍ਹਿਆਂ ਦਾ ਉਹਨਾਂ ਨੇ ਉਹ ਹਰਿਆਣੇ ਦਾ ਕਿਉਂ ਨਹੀਂ ਦੱਸਦੇ ਜੀ? ਮੈਨੂੰ ਤਾਂ ਇਹ ਗੱਲ ਦਾ ਦੁੱਖ ਆ। ਉਹ ਯੂਪੀ ਦਾ ਕਿਉਂ ਨਹੀਂ ਦੱਸਦੇ? ਉਹ ਯੂਪੀ ਦੇ ਹਰਿਆਣੇ ਦੇ ਅੰਕੜੇ ਵੀ ਦੇਣ। ਸੋ CAQM ਤੇ ਸਰਕਾਰ ਦੇ ਦਾਅਵਿਆਂ ਦੇ ਵਿੱਚ ਵੱਡਾ ਫਰਕ ਨਜ਼ਰ ਆ ਰਿਹਾ ਹੈ ਤੇ ਸਵਾਲ ਬਰਕਰਾਰ ਹੈ ਕਿ ਆਖਿਰ ਪਰਾਲੀ ਦੇ ਮੁੱਦੇ ਦਾ ਹੱਲ ਕਦੋਂ ਤੇ ਕਿਵੇਂ ਹੋਵੇਗਾ। ਪਰਾਲੀ ਕਾਰਨ ਉੱਠਦੇ ਧੂਏ ਤੋਂ ਨਿਜਾਤ ਕਦੋਂ ਮਿਲੇਗੀ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਅੱਜ ਜ਼ਿਕਰ ਸਭ ਤੋਂ ਦਾ ਇਸ ਕਰਕੇ ਵੀ ਕਿਉਂਕਿ ਪਰਾਲੀ ਨੂੰ ਲੈ ਕੇ ਰਣਨੀਤੀ ਬਹੁਤ ਬਣ ਰਹੀ ਹੈ।
ਔਰ ਇਹ ਸਮੇਂ ਦੀ ਸਰਕਾਰਾਂ ਦੀ ਗੱਲ ਹੈ, ਸਿਰਫ ਮੌਜੂਦਾ ਗਵਰਨਮੈਂਟ ਦੀ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਦਾਅਵੇ ਉਹਨਾਂ ਨੇ ਵੀ ਬਹੁਤ ਕੀਤੇ। ਕੋਈ ਇਸ ਦੇ ਨਾਲ ਐਥੇਨੋਲ ਬਣਾਉਂਦਾ ਹੈ, ਕੋਈ ਬਿਜਲੀ ਦਾ ਜ਼ਿਕਰ ਕਰਦਾ ਹੈ, ਕੋਈ ਪਰਾਲੀ ਨੂੰ ਸੰਭਾਲਣ ਦੇ ਲਈ ਮਸ਼ੀਨਾਂ ਦੇਣ ਦੀ ਗੱਲ ਕਰਦਾ ਹੈ ਤੇ ਕੋਈ ਕਿਸਾਨਾਂ ਨੂੰ ਹੀ ਸਮਝਾਉਂਦਾ ਹੈ। ਇਨਫੈਕਟ ਆਮ ਆਦਮੀ ਪਾਰਟੀ ਦਾ ਅਸੀਂ ਜ਼ਿਕਰ ਕਰੀਏ ਤਾਂ ਇਲੈਕਸ਼ਨ ਦੇ ਦੌਰਾਨ ਇੱਕ ਘੋਲ ਦਾ ਜ਼ਿਕਰ ਹੋ ਰਿਹਾ ਸੀ ਕਿ ਉਸ ਦਾ ਛਿੜਕਾਅ ਹੋਏਗਾ ਤੇ ਉਸ ਤੋਂ ਬਾਅਦ ਪਰਾਲੀ ਨੂੰ ਸੰਭਾਲਿਆ ਜਾ ਸਕਦਾ। ਅੱਜ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ, ਸਵਾਲ ਹੋਵੇਗਾ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਅੱਜ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਪਰਾਲੀ ਦਾ ਮਸਲਾ ਇਸ ਕਰਕੇ ਅਸੀਂ ਕਿਸਾਨ ਆਗੂਆਂ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੁੱਦਾ ਅਜਿਹਾ ਹੈ ਜੋ ਆਮ ਲੋਕਾਂ ਦੇ ਨਾਲ, ਕਿਸਾਨਾਂ ਤੋਂ ਲੈ ਕੇ ਹਰ ਇੱਕ ਸ਼ਖਸ ਦੇ ਨਾਲ ਜੁੜਿਆ ਹੋਇਆ ਹੈ। ਤੁਸੀਂ ਪੰਜਾਬ ਦੇ ਵਿੱਚ ਨਿਕਲੋ ਤਾਂ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਨੇ ਜਿਹੜੇ ਹੌਟਸਪੌਟ ਜ਼ਿਲ੍ਹੇ ਕਹਿ ਰਹੇ ਨੇ ਜਾਂ ਫਿਰ ਬਾਕੀ ਹੋਰ ਥਾਵਾਂ ਤੇ ਵੀ ਜਿੱਥੇ ਪਰਾਲੀ ਦੇ ਧੂਏ ਦੀ ਵਜ੍ਹਾ ਦੇ ਨਾਲ ਸੜਕਾਂ ਤੋਂ ਨਿਕਲਣਾ ਔਖਾ ਹੋ ਜਾਂਦਾ ਹੈ, ਖਾਸ ਤੌਰ ਤੇ ਲਿੰਕ ਰੋਡਸ ਤੋਂ। ਹਾਈਵੇ ਤੇ ਤੁਸੀਂ ਜਾ ਰਹੇ ਹੋ ਸ਼ਾਇਦ ਜ਼ਿਆਦਾ ਮਹਿਸੂਸ ਨਾ ਹੋਵੇ, ਪਰ ਜਦੋਂ ਤੁਸੀਂ ਕੋਈ ਲਿੰਕ ਰੋਡ ਦੇ ਉੱਤੇ ਜਾਂਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਪਰਾਲੀ ਵਾਲੀ ਸਮੱਸਿਆ ਬਹੁਤ ਵੱਡੀ ਹੈ। ਹੁਣ ਸਵਾਲ ਇਹ ਵੀ ਹੈ ਕਿ ਇਹ ਸਿਰਫ ਉਹਨਾਂ ਲੋਕਾਂ ਦੇ ਲਈ ਤਾਂ ਨਹੀਂ ਹੈ ਜਿਹੜੇ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਕਿ ਸ਼ਹਿਰਾਂ ਵਾਲਿਆਂ ਵਾਸਤੇ ਪ੍ਰੋਬਲਮ ਹੈ, ਇਹ ਤਾਂ ਪਿੰਡਾਂ ਵਾਲਿਆਂ ਵਾਸਤੇ ਵੀ ਦਿੱਕਤ ਹੈ। ਇਹ ਉਹਨਾਂ ਵਾਸਤੇ ਵੀ ਦਿੱਕਤ ਹੈ ਜੋ ਖੁਦ ਪਰਾਲੀ ਨੂੰ ਅੱਗ ਲਗਾ ਰਹੇ ਨੇ। ਇਹ ਵਾਰ-ਵਾਰ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਹਰ ਇੱਕ ਇਨਸਾਨ ਦੇ ਲਈ ਪ੍ਰੋਬਲਮ ਹੈ। ਕਿਸਾਨ ਇਸ ਨੂੰ ਸਮਝਦੇ ਨੇ, ਹਾਲਾਂਕਿ ਹੱਲ ਕੋਈ ਨਹੀਂ ਨਿਕਲਿਆ। ਹੁਣ ਉਹਨਾਂ ਦੇ ਵੱਲੋਂ ਕੀ ਉਪਰਾਲੇ ਕੀਤੇ ਜਾ ਸਕਦੇ ਨੇ ਜਾਂ ਕਿਤੇ ਗਏ ਨੇ ਜਾਂ ਅੱਗੇ ਕਿਤੇ ਜਾ ਸਕਦੇ ਨੇ, ਉਸ ਦੇ ਉੱਪਰ ਗੱਲ ਹੋਏਗੀ। ਸਰਕਾਰ ਦੀ ਮੇਨ ਤੌਰ ਤੇ ਆਪਾਂ ਗੱਲ ਕਰਾਂਗੇ। ਮੈਂ ਸ਼ੁਰੂਆਤ ਦੇ ਵਿੱਚ ਤਾਰਫ ਕਰਵਾਉਣਾ ਸਭ ਤੋਂ ਪਹਿਲਾਂ ਸਾਡੇ ਨਾਲ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਕਮਲ ਸੋਈ ਜੀ ਜੁੜ ਰਹੇ ਨੇ, ਕਮਲਜੀਤ ਸਿੰਘ ਸੋਈ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਈ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਮਨਜੀਤ ਸਿੰਘ ਰਾਏ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ। ਰਾਏ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਡਾਕਟਰ ਕੇਸਰ ਸਿੰਘ ਭੰਗੂ ਜੀ ਜੁੜ ਰਹੇ ਨੇ, ਖੇਤੀ ਮਾਹਰ ਨੇ, ਰਿਟਾਇਰਡ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਨਿਊਜ਼ 18 ਪੰਜਾਬ ਦੇ ਉੱਤੇ। ਮੈਂ ਸ਼ੁਰੂਆਤ ਕਰਦਾ ਇਸ ਚਰਚਾ ਦੀ। ਸਭ ਤੋਂ ਪਹਿਲਾਂ ਸੰਘੇੜਾ ਸਾਹਿਬ ਤੁਹਾਡਾ ਰਿਐਕਸ਼ਨ ਦੇਖੋ। CAQM ਦੇ ਅੰਕੜੇ ਦੱਸਦੇ ਨੇ ਕਿ ਤੁਸੀਂ ਪੰਜਾਬ ਸਰਕਾਰ ਦੇ ਅੰਕੜੇ ਵੱਖ, CAQM ਦੇ ਅੰਕੜੇ ਦੱਸਦੇ ਨੇ ਕਿ ਪੰਜਾਬ 'ਚ 9% ਮਾਮਲੇ ਵਧੇ ਨੇ। ਬਹੁਤ ਸਾਰੀ ਤੁਸੀਂ ਕੈਂਪੇਨ ਕੀਤਾ, ਜਾਗਰੂਕਤਾ ਮੁਹਿੰਮ ਚਲਾਈ, ਬਹੁਤ ਸਾਰੇ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ, ਪਰ ਨਤੀਜਾ ਨਹੀਂ ਨਿਕਲਿਆ। ਨਤੀਜਾ CAQM ਦੇ ਅੰਕੜੇ ਕਹਿੰਦੇ ਨੇ ਕਿ ਉਲਟਾ ਮਾਮਲੇ ਵੱਧ ਗਏ। ਗੌਰਵ ਜੀ, ਮੇਰੇ ਕੋਲ ਜਿਹੜੇ ਅੰਕੜੇ ਆ ਉਹ ਤਾਂ ਜਿਹੜਾ ਐਵਰੇਜ ਕੁਆਲਿਟੀ ਇੰਡੈਕਸ ਹੈ 26 ਤਰੀਕ ਦਾ 224 ਹੈ, ਜਦਕਿ ਪਿਛਲੇ ਸਾਲ 228 ਸੀਗਾ ਤੇ 16.4% 에ਅਰ ਕੁਆਲਿਟੀ ਬੈਟਰ ਸੀ ਇਸ ਵਾਰ। ਔਰ ਉਸ ਤੋਂ ਪਹਿਲੇ ਸਾਲ ਨਾਲੋਂ 31.7% 에ਅਰ ਕੁਆਲਿਟੀ ਬੈਟਰ ਸੀਗੀ। 368 ਸੀਗੇ 2020 ਵਿੱਚ ਤੇ 268 ਪਿਛਲੇ ਸਾਲ ਸੀ ਤੇ ਸਾਡੇ ਵਾਰੀ ਹੁਣ 224 에ਅਰ ਕੁਆਲਿਟੀ ਇੰਡੈਕਸ ਸੀਗਾ 26 ਆਫ ਅਕਤੂਬਰ ਦੀ। ਟਾਈਮਜ਼ ਆਫ ਇੰਡੀਆ ਵਿੱਚ ਵੀ ਇਹ ਅੰਕੜੇ ਛਪੇ ਹੈਗੇ ਆ। ਤੇ ਇਹ ਮਤਲਬ ਅੱਗੇ ਨਾਲੋਂ ਜਿਹੜੀ ਗਿਣਤੀ ਆ ਮੈਨੂੰ ਨਹੀਂ ਪਤਾ ਇਹ ਕਿੱਥੋਂ ਦੱਸ ਰਹੇ ਨੇ, ਜਾਂ ਮੁਕੱਦਮੇ ਦਰਜ ਹੋਏ ਦੀ ਗਿਣਤੀ ਦੱਸ ਰਹੇ ਨੇ ਜਾਂ ਕੀ ਆ, ਪਰ ਪਹਿਲਾਂ ਨਾਲੋਂ ਬਹੁਤ ਕੇਸ ਘਟੇ ਆ। ਅਸੀਂ ਮਸ਼ੀਨਾਂ ਕਾਫੀ ਦਿੱਤੀਆਂ, ਪਹਿਲਾਂ ਨਾਲੋਂ 500 ਦੇ ਕਰੋੜ ਦੇ ਕਰੀਬ ਇਸ ਮਸ਼ੀਨਾਂ ਦੇਣ ਲਈ ਰੱਖਿਆ ਸੀਗਾ। ਤੁਹਾਡਾ ਜਿਹੜਾ ਬੇਸ ਹੈ ਸੰਘੇੜਾ ਸਾਹਿਬ AQI ਲੈਵਲ ਦੇ ਉੱਪਰ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ AQI ਲੈਵਲ ਬਹੁਤ ਸਾਰੇ ਜ਼ਿਆਦਾਤਰ ਦਰਸ਼ਕ ਸਮਝਦੇ ਨੇ ਕਿ ਜਿਹੜੀ 에ਅਰ ਦੀ ਗੁਣਵੱਤਾ, ਜਿਹੜੀ ਹਵਾ ਦੀ ਗੁਣਵੱਤਾ ਉਸ ਦੇ ਹਿਸਾਬ ਨਾਲ ਹੁੰਦਾ ਹੈ ਕਿ ਜ਼ਬਰਦਸਤ ਤਰੀਕੇ ਨਾਲ ਇਹ ਮਾਮਲੇ ਵਧਣਗੇ। ਨਹੀਂ, ਇਹ ਤਾਂ ਅਪ ਟੂ ਡੇਟ ਦੀ ਗੱਲ ਹੈ ਨਾ, ਜਿਹੜੀ ਤਰੀਕ ਵਾਈਜ਼ ਹੀ ਹੈ। ਜਿੰਨੇ ਸਿਮਿਲਰਲੀ ਅਰਾਈਵਲ ਆਲਮੋਸਟ ਪਿਛਲੇ ਸਾਲਾਂ ਚ ਆਉਂਦੀ ਰਹੀ ਹੈ ਜੀ, ਤੇ ਉਹਦੇ ਹਿਸਾਬ ਨਾਲ ਨਹੀਂ 에ਅਰ ਕੁਆਲਿਟੀ ਦਾ ਜਿਹੜਾ ਹੈ ਦੈਟ ਇਜ਼ ਦਾ ਬੈਟਰ ਇੰਡੈਕਸ। ਤੇ ਗਿਣਤੀ ਜਿਹੜੀ ਆ ਉਹ ਤਾਂ ਪਤਾ ਹੀ ਨਹੀਂ ਹੈ ਵੀ ਕਿਸ ਤਰ੍ਹਾਂ ਕੀਤੀ ਆ, ਕਿੰਨੀਆਂ ਥਾਵਾਂ ਤੇ ਅੱਗ ਲੱਗੀ ਆ, ਉਹਨੂੰ ਗਿਣਿਆ ਗਿਆ ਜਾਂ ਮੁਕੱਦਮੇ ਦਰਜ ਹੋਏ ਗਿਣੇ ਗਏ ਆ ਜਾਂ ਕਿਹੜੀ ਗੱਲ ਹੈਗੀ ਆ। ਕਿਉਂਕਿ ਅਸੀਂ ਤਾਂ ਤੁਸੀਂ CAQM ਦੇ ਜਿਹੜੇ ਅੰਕੜੇ ਆ ਉਸ ਦੇ ਉੱਤੇ ਕੁਐਸਚਨ ਮਾਰਕ ਲਗਾ ਰਹੇ ਹੋ। ਨਹੀਂ, ਕੁਐਸਚਨ ਮਾਰਕ ਅੰਕੜੇ ਤੁਹਾਨੂੰ ਪਤਾ ਹੀ ਆ ਆਪਣੇ ਥੋੜੇ ਬਹੁਤ ਮੈਨੂਪੂਲੇਟ ਵੀ ਹੋ ਜਾਂਦੇ ਹੁੰਦੇ ਆ। ਜਿੱਥੇ ਕਿਹਦੀ ਸਰਕਾਰ ਆ ਤਾਂ ਕਿਹਦੇ ਅੰਕੜੇ ਆ। ਅੱਗੇ ਸਕੂਲਾਂ ਦੇ ਅੰਕੜੇ ਇਸ ਤਰ੍ਹਾਂ ਆਉਂਦੇ ਰਹੇ ਆ, ਸਕੂਲਾਂ 'ਚ ਕੋਈ ਅਧਿਆਪਕ ਨਹੀਂ ਹੈ, ਕੋਈ ਸਕੂਲ ਦੇ ਰਿਜ਼ਲਟ ਨਹੀਂ ਹੈ, ਤਾਂ ਸਕੂਲ ਉਹ ਪਹਿਲੇ ਨੰਬਰ ਤੇ ਆਉਂਦੇ ਰਹੇ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਰੁਕ ਕਰਦਾ। ਬੀਜੇਪੀ ਦਾ ਸਾਡੇ ਨਾਲ ਸੋਈ ਸਾਹਿਬ ਜੁੜੇ ਹੋਏ ਨੇ। ਸੋਈ ਸਾਹਿਬ, CAQM ਦੇ ਅੰਕੜਿਆਂ ਨੂੰ ਲੈ ਕੇ ਵੀ ਕੁਐਸਚਨ ਮਾਰਕ ਲਗਾਇਆ ਜਾ ਰਿਹਾ, ਸਵਾਲ ਚੁੱਕੇ ਜਾ ਰਹੇ ਨੇ। ਉਹ ਕਹਿ ਰਹੇ ਨੇ ਕਿ ਮੈਨੂਪੂਲੇਟ ਹੁੰਦੇ ਨੇ ਇੱਥੇ ਅੰਕੜੇ। ਮੈਂ ਸਮਝਣਾ ਚਾਹਾਂਗਾ ਕਿ ਬੀਜੇਪੀ ਇਸ ਨੂੰ ਕਿਵੇਂ ਦੇਖਦੀ ਹੈ, ਕਿਉਂਕਿ ਜੇ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਸੈਂਟਰ ਦੀ ਸਰਕਾਰ ਦੀ ਜ਼ਿੰਮੇਵਾਰੀ ਵੀ ਤਾਂ ਬਣਦੀ ਹੈ ਲੋਕਾਂ ਨੂੰ ਲੈ ਕੇ, ਚਾਹੇ ਪੰਜਾਬ ਦੇ ਹੋਣ, ਹਰਿਆਣਾ ਦੇ ਹੋਣ, ਦਿੱਲੀ ਦੇ ਹੋਣ, ਕਿਸੇ ਵੀ ਸਟੇਟ ਦੇ ਹੋਣ। ਪਹਿਲੀ ਗੱਲ ਤੇ ਗੌਰਵ ਜੀ, ਜਿਹੜੇ ਸੰਘੇੜਾ ਸਾਹਿਬ ਬੜੇ ਵਿਸਤਾਰ ਨਾਲ ਦੱਸ ਰਹੇ ਸੀਗੇ ਕਿ ਜਿਹੜਾ AQI ਹੈ ਜੀ ਉਹ ਥੋੜਾ ਜਿਹਾ ਬੈਟਰ ਹੋਇਆ, ਲੇਕਿਨ ਇਹਨਾਂ ਨੂੰ ਆ ਸਮਝਣਾ ਚਾਹੀਦਾ ਕਿ AQI ਬੈਟਰ ਕਿਉਂ ਹੈ।
ਬਿਕੋਜ਼ ਤੁਸੀਂ ਆਪਣੇ ਆਪ ਹੀ ਦੱਸਤਾ ਕਿ 34% ਹੀ ਸਿਰਫ ਹਾਰਵੈਸਟਿੰਗ ਹੋਈ ਹੈ ਅਜੇ ਤੱਕ, ਜਦੋਂ 34% ਹਾਰਵੈਸਟਿੰਗ ਹੋਈ ਹੈ ਤੇ ਅੱਗਾਂ ਲੱਗਣੀਆਂ ਜਿਹੜੀਆਂ ਨੇ ਉਹ ਇਸ ਵਕਤ 9 ਤੋਂ 11% ਵਧੀਆਂ ਨੇ। ਜੇ ਇਹਨਾਂ ਨੂੰ ਪਤਾ ਨਹੀਂ ਹੈ ਤੇ ਪੰਜਾਬ ਰਿਮੋਟ ਸੈਂਸਿੰਗ ਇੰਸਟੀਚਿਊਟ ਹੈਗਾ, ਉਹਦੇ ਸੈਟੇਲਾਈਟ ਇਮੇजेस ਤੋਂ ਜਿਹੜੀਆਂ ਅੱਗਾਂ ਲੱਗਣ ਦੀ ਸੰਖਿਆ ਦੈਟ ਇਜ਼ ਓਵਰ 11,000 ਅੱਜ ਦੀ ਡੇਟ 'ਚ 11,000 ਤੋਂ ਵੱਧ ਜਿਹੜੇ ਆંકੜੇ ਨੇ ਉਹ ਇਸ ਵਕਤ ਰਿਪੋਰਟ ਕੀਤੇ ਜਾ ਚੁੱਕੇ ਨੇ, which is around 10 to 11% higher than the last year। ਨਹੀਂ, ਤੁਸੀਂ ਕਿਹੜੇ ਅੰਕੜੇ, ਤੁਸੀਂ ਕੋਈ ਪੰਜਾਬ ਸਰਕਾਰ ਦੇ ਅੰਕੜੇ ਦਾ ਜ਼ਿਕਰ ਕਰ ਰਹੇ ਹੋ? ਮੈਂ ਤੁਹਾਨੂੰ ਅੱਜ ਕਈ ਅਖਬਾਰਾਂ 'ਚ ਜਿੱਦਾਂ ਟਾਈਮਸ ਆਫ ਇੰਡੀਆ ਕਹਿ ਰਹੇ ਸੀਗੇ, ਅੱਜ ਐਚਟੀ ਦੀ ਤੁਸੀਂ ਖੋਲ ਕੇ ਦੇਖ ਲਓ, ਜੇਲਕੋ ਦੀ ਕਟਿੰਗ ਵੀ ਹੈ, ਉਹਨਾਂ ਦੇ ਮੁਤਾਬਿਕ 27 ਅਕਤੂਬਰ ਤੱਕ 8700 ਅੱਗਾਂ ਲੱਗ ਚੁੱਕੀਆਂ ਸੀਗੀਆਂ ਤੇ ਅੱਜ ਦੇ ਅੰਕੜੇ ਮਿਲਾ ਲਈਏ, ਪੰਜਾਬ ਰਿਮੋਟ ਸੈਂਸਿੰਗ ਇੰਸਟੀਚਿਊਟ ਦੀ ਗੱਲ ਕਰ ਰਿਹਾ ਮੈਂ, ਆਮ ਨੋਟ ਟਾਕਿੰਗ ਅਬਾਊਟ ਦੀ ਇੰਡੀਆ, ਆਮ ਟਾਕਿੰਗ ਅਬਾਊਟ ਪੰਜਾਬ ਰਿਮੋਟ ਸੈਂਸਿੰਗ ਇੰਸਟੀਚਿਊਟ। ਇਹਨਾਂ ਦੇ ਮੁਤਾਬਿਕ ਤਕਰੀਬਨ 10-11,000 ਅੱਗ ਜਿਹੜੀਆਂ ਰਿਪੋਰਟ ਹੋ ਚੁੱਕੀਆਂ ਤੇ ਜਿਹੜੀਆਂ ਨੋਟ ਰਿਪੋਰਟ ਹੋਈਆਂ that we do not know। ਇਸ ਕਰਕੇ ਇਹਨਾਂ ਦੀ ਕੋਈ ਵੀ ਕੈਂਪੇਨ ਜਿਹੜੀ ਹੈ ਉਹ ਕਾਮਯਾਬ ਨਹੀਂ ਹੋ ਸਕੀ, ਇਨ ਸਪਾਈਟ ਆਫ ਦੀ ਫੈਕਟ ਕਿ ਪਿਛਲੇ 3-4 ਵਰਿਆਂ 'ਚ ਕੇਂਦਰ ਦੀ ਸਰਕਾਰ ਨੇ ਤਕਰੀਬਨ 2,200 ਕਰੋੜ ਰੁਪਇਆ ਦਿੱਤਾ ਗਿਆ, 400-500 ਕਰੋੜ ਤੇ ਸਿਰਫ ਮਸ਼ੀਨਾਂ ਦੀ ਸਬਸਿਡੀ ਲਈ ਦਿੱਤਾ ਗਿਆ, ਤੁਸੀਂ ਮਸ਼ੀਨਾਂ ਲੈ ਲਓ। ਤੇ ਜਦੋਂ ਸਰਕਾਰ ਹੋਂਦ ਵਿੱਚ ਆਈ ਸੀਗੀ ਤੇ ਇਹਨਾਂ ਕੋਲ ਆਲਰੇਡੀ ਇੱਕ ਮਸ਼ੀਨਾਂ ਦਾ ਸਟਾਕ ਜਿਹੜਾ ਸੀ 1,20,000 ਮਸ਼ੀਨਾਂ ਦੇ ਆਸ-ਪਾਸ ਪਿਆ ਹੋਇਆ ਸੀਗਾ। ਉਹ ਮਸ਼ੀਨਾਂ ਇਹਨਾਂ ਨੇ ਸ਼ਾਇਦ ਵੰਡੀਆਂ ਜਾਂ ਨਹੀਂ ਵੰਡੀਆਂ ਜਾਂ ਕਿੱਦਾਂ ਇਹਨਾਂ ਨੇ ਕੀਤਾ ਹੈਗਾ, ਦੈਟ ਇਜ਼ ਅ ਬਿਗ ਕੁਐਸਚਨ ਮਾਰਕ। ਆ ਸਿਰਫ ਨਾ ਐਡਵਰਟਾਈਜ਼ਮੈਂਟ ਤੇ ਹੀ ਜ਼ਿਆਦਾ ਭਰੋਸਾ ਕਰਦੇ ਨੇ ਕਿ ਐਡਵਰਟਾਈਜ਼ਮੈਂਟ ਕਰੀ ਜੋ ਤਾਂ ਲੋਕਾਂ ਨੂੰ ਸ਼ਾਇਦ ਯਕੀਨ ਹੋ ਜੇ। ਤੁਸੀਂ ਜਾਂ ਮੈਂ ਪਿੰਡਾਂ 'ਚ ਨਿਕਲ ਕੇ ਵੇਖ ਲਈਏ, ਅੱਜ ਲੁਧਿਆਣੇ ਦਾ AQI ਜਿਹੜਾ ਨਾ ਇਟ ਇਜ਼ ਅਬਵ 260 ਤੇ ਜਿੱਥੇ ਸਾਹ ਲੈਣਾ ਔਖਾ ਹੋਇਆ, ਅੱਖਾਂ 'ਚੋਂ ਤੁਹਾਡੇ ਧੂਆਂ ਨਿਕਲ ਰਿਹਾ ਹੈਗਾ, ਬਲੀਡਿੰਗ ਆਈਜ਼ ਜਿਹਨੂੰ ਅਸੀਂ ਕਹਿੰਦੇ ਆ ਨਾ ਗੌਰਵ ਜੀ, ਬਲੀਡਿੰਗ ਆਈਜ਼ ਬਣੀਆਂ ਹੋਈਆਂ ਨੇ। ਤੇ ਜੇ ਅੱਜ ਦੀ ਡੇਟ 'ਚ ਆ ਹਾਲ ਹੈਗਾ, ਜਦੋਂ ਸਾਹਿਬ ਤੁਹਾਡੀਆਂ ਅੱਖਾਂ 'ਚੋਂ ਪਾਣੀ ਨਿਕਲ ਰਿਹਾ, ਸੰਘੇੜਾ ਸਾਹਿਬ ਕਹਿੰਦੇ ਨਹੀਂ ਅਸੀਂ ਤਾਂ ਜਾਂਦੇ ਆ ਪੰਜਾਬ 'ਚ ਕੋਈ ਦਿੱਕਤ ਨਹੀਂ। ਪਰ ਸੰਘੇੜਾ ਸਾਹਿਬ ਏਸੀ ਗੱਡੀਆਂ 'ਚ ਜਾਂਦੇ ਹੋਣੇ, ਅਸੀਂ ਤੇ ਗਰਾਊਂਡ ਤੇ ਰਹਿਣ ਵਾਲੇ ਬੰਦੇ ਆ, RSS ਵਾਲੇ, ਤੇ ਅਸੀਂ ਸੇਵਾ ਜਿਹੜੀ ਕਰਦੇ ਆ ਤੇ ਅਸੀਂ ਜਾ ਕੇ ਲੋਕਾਂ 'ਚ ਵਿਚਰਦੇ ਆ। ਤੇ ਸੰਘੇੜਾ ਸਾਹਿਬ ਹੁਣ ਚੇਅਰਮੈਨ ਬਣ ਗਏ ਨੇ ਇੰਪਰੂਵਮੈਂਟਸ ਦੇ, ਇਹਨਾਂ ਕੋਲ ਦਫ਼ਤਰੋਂ ਨਿਕਲਣ ਦਾ ਟਾਈਮ ਹੀ ਹੈ ਨਹੀਂਗਾ। ਇਹਨਾਂ ਕੋਲ ਜਾ ਕੇ ਪਿੰਡਾਂ 'ਚ ਵੇਖੋ ਸਹੀ ਉੱਥੇ ਬੰਦਾ ਕੀ ਪਿਆ ਹੈਗਾ। ਇਸ ਵਕਤ ਗੌਰਵ ਜੀ, ਯੂ ਕਮ ਵਿਦ ਮੀ, ਯੂ ਵਿਲ ਹੈਵ ਬਲੀਡਿੰਗ ਆਈਜ਼, ਅੱਖਾਂ 'ਚੋਂ ਖੂਨ ਨਿਕਲ ਰਿਹਾ ਇਸ ਵਕਤ। ਜੋ ਪੰਜਾਬ ਦੀ ਹਾਲਤ ਹੋਈ ਪਈ ਹੈ, ਖਾਸ ਤੌਰ ਤੇ ਅੰਮ੍ਰਿਤਸਰ, ਜਲੰਧਰ, ਬਠਿੰਡਾ ਤੇ ਲੁਧਿਆਣਾ, ਆ ਇੱਕ ਅਗਨੀਪਥ ਬਣੇ ਹੋਏ ਨੇ ਇਹਨਾਂ ਦਾ। ਤੁਸੀਂ ਪਿਛਲੇ 10 ਦਿਨਾਂ ਤੋਂ ਮੈਂ ਸੈਰ ਕਰਨ ਨਹੀਂ ਗਿਆ, ਕਿਉਂਕਿ ਜੇ ਅਸੀਂ ਸੈਰ ਕਰਨ ਜਾਈਏ ਤੇ ਅੰਦਰ ਸਾਰਾ ਜਿਹੜਾ ਸਮੋਕ ਹੈ, PM2 ਦੀ ਜਿਹੜੀ 2.5 ਦੀ ਮਾਤਰਾ ਜਿਹੜੀ ਇੰਨੀ ਵਧੀ ਹੋਈ ਹੈ। ਚਲੋ ਮੈਂ ਇੱਕ ਮਿੰਟ ਲੈ ਲਵਾਂ, ਮੈਂ ਉਸ ਤੋਂ ਬਾਅਦ ਰਾਏ ਸਾਹਿਬ ਦਾ ਔਰ ਪੰਗੂ ਜੀ ਦਾ ਰੁਕ ਕਰਨਾ, ਡਾਕਟਰ ਸਾਹਿਬ ਦਾ। ਸੰਘੇੜਾ ਸਾਹਿਬ, ਇੱਕ ਰਿਐਕਸ਼ਨ ਤੁਹਾਡਾ ਚਾਹੀਦਾ। ਤੁਸੀਂ ਇੱਕ ਅਲੱਗ ਐਂਗਲ ਤੋਂ ਦੇਖ ਰਹੇ ਹੋ ਪੰਜਾਬ ਨੂੰ, ਉਹ ਕਹਿੰਦੇ ਗਰਾਊਂਡ ਦੇ ਉੱਤੇ ਸਥਿਤੀ ਬਿਲਕੁਲ ਵੱਖਰੀ ਹੈ। ਨਹੀਂ, ਜਿਹੜਾ ਸੋਈ ਸਾਹਿਬ ਨੇ ਕਿਹਾ ਹੈ ਨਾ ਜੀ ਵੀ ਅਜੇ ਇੰਨੇ % ਝੋਨਾ ਆਇਆ, ਮੈਂ ਤਾਂ ਐਵਰੇਜ ਜਿਹੜਾ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਹੈ, ਜਿਹੜਾ ਇਹਨਾਂ ਨੇ ਕਿਹਾ ਆ ਉਹ ਫੇਰ ਵੀ ਘੱਟ ਹੈ, ਲੁਧਿਆਣੇ 'ਚ ਵੱਧ ਹੋ ਸਕਦਾ ਆ। ਓਵਰਆਲ ਪੰਜਾਬ ਦਾ ਮੈਂ ਐਵਰੇਜ 에ਅਰ ਕੁਆਲਿਟੀ ਇੰਡੈਕਸ 224 ਦੇ ਆਲੇ ਦੁਆਲੇ ਘੁੰਮਦਾ ਆ, ਜਦ ਕਿ ਪਹਿਲਾਂ 368 ਤੇ 268 ਪਿਛਲੀਆਂ ਸਰਕਾਰਾਂ ਵੇਲੇ ਰਿਹਾ ਆ। ਮੈਂ ਬਿਲਕੁਲ ਨਹੀਂ ਕਿਹਾ ਕਿ ਪੰਜਾਬ ਦਾ ਮੌਸਮ ਬੜਾ ਸਾਫ਼ ਹੈ, ਅਸਮਾਨ ਬੜਾ ਸਾਫ਼ ਹੈ। ਪੈਡੀ ਸਟ੍ਰॉ ਦੀ ਪ੍ਰੋਬਲਮ ਬੜੀ ਰੀਅਲ ਪ੍ਰੋਬਲਮ ਹੈ, ਔਰ ਉਹਨੂੰ ਮੈਂ ਮੰਨਦਾ। ਸੋਈ ਸਾਹਿਬ, ਮੈਂ ਜੇ ਜੁਆਇਨ ਨਹੀਂ ਕੀਤਾ, ਮੈਂ ਫੀਲਡ ਦੇ ਵਿੱਚ ਹੀ ਆ, ਜੇ ਉੱਥੇ ਵੀ ਜੁਆਇਨ ਵੀ ਕਰੂੰਗਾ ਤਾਂ ਵੀ ਫੀਲਡ ਦੇ ਵਿੱਚ ਲੋਕਾਂ 'ਚ ਹੀ ਰਹੂੰਗਾ। ਉਹ ਕੰਮ ਜਿਹੜੇ ਅਫੀਸ਼ੀਅਲ ਕੰਮ ਵੱਖਰੇ ਨੇ। ਪਰ ਮੈਂ ਇੱਕ ਗੌਰਵ ਜੀ, ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਕਿਸਾਨਾਂ ਨੂੰ ਪੈਸੇ ਦੇਣ ਲਈ ਇੱਕ ਸਕੀਮ ਬਣਾਈ ਸੀ, ਸੋਈ ਸਾਹਿਬ ਦੀ ਪਾਰਟੀ ਦੀ ਕੇਂਦਰੀ ਸਰਕਾਰ ਨੇ ਰੱਦ ਕਰਤੀ। ਉਹ ਤਾਂ ਕਹਿੰਦੇ ਅਸੀਂ ਕਰੋੜਾਂ ਰੁਪਇਆ ਦਿੱਤਾ, ਮੇਰੇ ਖਿਆਲ 'ਚ 2000 ਕਰੋੜ ਦਾ ਜ਼ਿਕਰ ਕਰ ਰਹੇ ਸੀ। ਉਹ ਕਹਿੰਦੇ ਸੈਂਟਰ ਨੇ ਕਰੋੜਾਂ ਰੁਪਏ ਦਿੱਤਾ ਹੈ, ਉਹਨਾਂ ਨੇ 2000 ਕਰੋੜ ਨਹੀਂ ਦਿੱਤਾ, ਇਹਨਾਂ ਦਾ 450 ਕਰੋੜ ਆਇਆ, ਸੈਂਟਰ ਦਾ 450 ਕਰੋੜ ਆਇਆ। ਅਸੀਂ ਮਸ਼ੀਨਾਂ ਦਿੱਤੀਆਂ ਵੀ ਆ, ਹੁਣ ਤੱਕ ਕਾਫੀ ਮਸ਼ੀਨਾਂ ਵੰਡੀਆਂ ਜਾ ਚੁੱਕੀਆਂ। ਉਹ ਤੋਂ ਮੈਂ ਨਹੀਂ ਕਹਿੰਦਾ ਹੈਗਾ, ਉਸ ਤੋਂ ਪਹਿਲਾਂ ਵੀ ਆਇਆ ਆ, ਉਸ ਤੋਂ ਪਹਿਲਾਂ 935 ਕਰੋੜ ਆ ਚੁੱਕਾ ਹੈ ਕੇਂਦਰ ਦਾ, ਸਾਡੇ ਵੇਲੇ ਵੀ 450 ਕਰੋੜ ਆਇਆ ਆ। ਇਹ 'ਚ ਕੋਈ ਸ਼ੱਕ ਨਹੀਂ ਹੈ, ਉਹਦੇ ਨਾਲ ਵੀ ਫਰਕ ਪਿਆ ਆ, ਉਸ ਗੱਲ ਤੋਂ ਅਸੀਂ ਡਿਨਾਈ ਨਹੀਂ ਕਰਦੇ। ਮੈਂ ਪੁਆਇੰਟ ਦੇ ਉੱਤੇ ਵਾਪਸ ਆਉਣਾ। ਸੰਘੇੜਾ ਸਾਹਿਬ, ਇੱਕ ਵਾਰੀ ਸਾਰਿਆਂ ਨੂੰ ਆਪਾਂ ਐਡ ਕਰ ਲਈਏ। ਮੈਂ ਮਨਜੀਤ ਸਿੰਘ ਰਾਏ ਜੀ ਦਾ ਔਰ ਡਾਕਟਰ ਸਾਹਿਬ ਦਾ ਮੈਂ ਰੁਕ ਕਰਦਾ, ਪਰ ਪਹਿਲਾਂ ਮਨਜੀਤ ਰਾਏ ਜੀ, ਤੁਹਾਡਾ ਕਮੈਂਟ। ਦੇਖੋ, ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਸਾਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੀ ਕਿਸਾਨਾਂ ਦੇ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ? ਕਿ ਤੁਹਾਨੂੰ ਵੀ ਲੱਗਦਾ ਕਿ ਇਸ ਵਾਰ ਪਰਾਲੀ ਦੇ ਸਾੜਨ ਦੇ ਮਾਮਲੇ ਜ਼ਿਆਦਾ ਨੇ ਪੰਜਾਬ ਦੇ ਵਿੱਚ? ਕਿਉਂਕਿ ਅੰਕੜੇ ਵੱਖਰੇ ਹੁੰਦੇ ਨੇ, ਜਿਹੜੇ ਕਿਸਾਨ ਆਗੂ ਕੀ ਸੋਚਦੇ ਨੇ ਉਹ ਵੀ ਲੋਕਾਂ ਤੱਕ ਪਹੁੰਚਣਾ ਚਾਹੀਦਾ। ਜੀ ਬਿਲਕੁਲ ਜਿਹੜੀ ਸੰਘੇੜਾ ਸਾਹਿਬ ਨੇ ਗੱਲ ਕਹੀ ਆ, ਇਹਨੂੰ ਘਟਣਗੇ, ਵਧਣਗੇ ਨਹੀਂ। ਪਰ ਜਿਹੜੀ ਗੱਲ ਸੋਈ ਸਾਹਿਬ ਨੇ ਕਹੀ ਨਾ, RSS ਨੇ ਤਾਂ ਪੰਜਾਬ ਨੂੰ ਬਦਨਾਮ ਕਰਨਾ ਹੈ। ਹਰਿਆਣੇ ਦੀ ਗੱਲ ਕਰਦੇ, ਹਰਿਆਣਾ ਦਿੱਲੀ ਦੇ ਲਾਗੇ ਹੈ, ਪਰ ਉਹਦੀ ਗੱਲ ਨਹੀਂ ਕਦੇ ਵੀ ਕਰਨਗੇ, ਕਿਉਂਕਿ ਸਰਕਾਰ ਇਹਨਾਂ ਦੀ ਹੈ।
ਤੇ ਪੰਜਾਬ ਦੀ ਸਰਕਾਰ ਹੋਣ ਕਰਕੇ ਪੰਜਾਬ ਦੇ ਮਨਜੀਤ ਜੀ ਬਚਾਏ ਰੋਕ ਰਹੇ, ਮੈਂ ਮਾਫੀ ਚਾਹੂੰਗਾ, ਤੁਹਾਡੀ ਆਵਾਜ਼ ਕਲੀਅਰ ਨਹੀਂ ਹੈ। ਮੈਂ ਟੀਮ ਨੂੰ ਕਹਾਂਗਾ ਕਿ ਦੁਬਾਰਾ ਜੇਕਰ ਅਸੀਂ ਮਨਜੀਤ ਸਿੰਘ ਰਾਏ ਜੀ ਨੂੰ ਜੋੜ ਸਕੀਏ। ਇਕੋ ਆ ਰਹੀ ਹੈ, ਲਾਊਡ ਹੈ ਔਰ ਕਲੀਅਰ ਨਹੀਂ ਹੈ, ਸਮਝ ਨਹੀਂ ਪਾ ਰਹੇ ਹੋਣਗੇ ਦਰਸ਼ਕ ਵੀ। ਮੈਂ ਕੋਸ਼ਿਸ਼ ਕਰਦਾ ਤੁਹਾਡੇ ਕੋਲ ਦੁਬਾਰਾ ਆਵਾਂਗਾ। ਮੈਂ ਰੁਕ ਕਰਦਾ, ਡਾਕਟਰ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਕੇਸਰ ਸਿੰਘ ਭੰਗੂ ਜੀ। ਡਾਕਟਰ ਸਾਹਿਬ, ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ? ਪਿਛਲੇ ਕੁਝ ਦਿਨਾਂ ਦੇ ਵਿੱਚ ਖਾਸ ਤੌਰ ਤੇ ਸਰਕਾਰ ਜਦੋਂ ਬਦਲੀ ਉਸ ਤੋਂ ਬਾਅਦ ਕੈਂਪੇਨ ਤਾਂ ਵੱਖ-ਵੱਖ ਚੱਲੀਆਂ ਨੇ, ਸਰਕਾਰ ਦਾਅਵੇ ਵੀ ਕਰ ਰਹੀ ਹੈ, ਇਨਫੈਕਟ ਦਾਅਵਾ ਇਹ ਵੀ ਹੋ ਰਿਹਾ ਕਿ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸੁਧਾਰ ਹੋਇਆ ਹੈ, ਪਰ ਕੀ ਬਾਕੀ ਹੀ ਜੋ ਕਦਮ ਚੁੱਕੇ ਜਾ ਰਹੇ ਨੇ ਕਿ ਉਸ ਦੇ ਨਾਲ ਇਹ ਸਮਝਿਆ ਜਾਵੇ ਕਿ ਅਗਲੇ 1 ਸਾਲ 2 ਸਾਲ 4 ਸਾਲ 5 ਸਾਲ ਦੇ ਬਾਅਦ ਪਰਾਲੀ ਸਾੜਨ ਦੇ ਮਾਮਲੇ ਜ਼ੀਰੋ ਹੋ ਜਾਣਗੇ, ਕਿ ਉਸ ਵਾਲੇ ਪਾਸੇ ਨੂੰ ਕਦਮ ਵੱਧ ਰਹੇ ਨੇ? ਮੇਰਾ ਜਿਹੜਾ ਇਸ ਦੇ ਵਿੱਚ ਮੰਨਣਾ ਹੈ ਕਿ ਜਿਹੜੀ ਵੀ ਆਪਾਂ ਡਾਟੇ ਦੀ ਗੱਲ ਕਰ ਰਹੇ ਹਾਂ, 에ਅਰ ਕੁਆਲਿਟੀ ਦੀ ਗੱਲ ਕਰ ਰਹੇ ਹਾਂ, ਵੀ ਇੰਨੀਆਂ ਅੱਗਾਂ ਲੱਗੀਆਂ ਨੇ, ਇੰਨੇ ਕੇਸ ਦਰਜ ਹੋਏ ਨੇ ਜੀ, ਮੇਰਾ ਮੰਨਣਾ ਹੈ ਕਿ ਪੰਜਾਬ 'ਚ ਜਾਂ ਜਿੱਥੇ ਜਿੱਥੇ ਵੀ ਝੋਨਾ ਹੈ ਉੱਥੇ ਇੱਕ ਵੀ ਅੱਗ ਨਹੀਂ ਲੱਗਣੀ ਚਾਹੀਦੀ ਤੇ ਇੱਕ ਵੀ ਕਿਸਾਨ ਤੇ ਕੋਈ ਕੇਸ ਨਹੀਂ ਹੋਣਾ ਚਾਹੀਦਾ ਜੀ। ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਾਂ ਸੂਬਾ ਸਰਕਾਰਾਂ ਦੀ ਮਿਲ ਕੇ ਜ਼ਿੰਮੇਵਾਰੀ ਹੈ ਜੋ ਇਸ ਦਾ ਉਹ ਸਹੀ ਪ੍ਰਬੰਧ ਕਰਨ। ਮੈਂ ਜਿਵੇਂ ਫਾਰ ਐਗਜ਼ਾਮਪਲ ਗੱਲ ਕਰਦਾ ਜੀ ਕਿ ਕਿਸਾਨ ਜਿਹੜਾ ਹੈ ਪੰਜਾਬ ਦਾ ਗੱਲ ਕਰੀਏ ਕਿ ਕਣਕ ਤੇ ਝੋਨਾ, ਕਣਕ ਦਾ 40% ਤੋਂ ਵੱਧ ਕੇਂਦਰੀ ਭੰਡਾਰ ਦਿੰਦਾ ਹੈ, 35% ਦੇ ਨੇੜੇ ਝੋਨਾ ਦਿੰਦਾ ਹੈ, ਤੇ ਉਹ ਦੇਸ਼ ਨੂੰ ਭੁੱਖਮਰੀ ਤੋਂ ਬਚਾਏ ਤੇ ਫਿਰ ਤੁਸੀਂ ਉਹਦੇ ਤੇ ਕੇਸ ਦਰਜ ਕਰੋ। ਇਹ ਕਿੱਥੋਂ ਦਾ ਨਿਆਂ ਹੈ? ਕੋਈ ਕੇਸ ਨਹੀਂ ਦਰਜ ਹੋਣਾ ਚਾਹੀਦਾ, ਕੋਈ ਅੱਗ ਨਹੀਂ ਲੱਗਣੀ ਚਾਹੀਦੀ। ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸੂਬਾ ਸਰਕਾਰ ਦੀ ਮਿਲ ਕੇ ਜ਼ਿੰਮੇਵਾਰੀ ਹੈ ਕਿ ਉਹ ਪਰਾਲੀ ਦਾ ਹੱਲ ਕੱਢਣ। ਜਿਵੇਂ ਫਾਰ ਐਗਜ਼ਾਮਪਲ ਕਿ ਪੰਜਾਬ ਦੇ ਵਿੱਚ ਕਣਕ ਜਿਹੜੀ ਪੰਜਾਬ ਦੀ ਨੈਚੁਰਲ ਫਸਲ ਹੈ, ਉਹਦੀ ਡਾਈਵਰਸੀਫਿਕੇਸ਼ਨ ਦੀ ਲੋੜ ਨਹੀਂ ਹੈ ਤੇ ਝੋਨੇ ਦੇ ਅੰਦਰ ਰਕਬਾ ਜਿਹੜਾ ਘਟਾਉਣ ਦੀ ਲੋੜ ਹੈ ਤਾਂ ਕਿ ਪਾਣੀ ਵੀ ਬਚਾਇਆ ਜਾ ਸਕੇ ਤੇ ਵਾਤਾਵਰਣ ਵੀ ਬਚਾਇਆ ਜਾ ਸਕੇ। ਮੈਂ ਜਿਹੜੀ ਕਰਦਾ ਕਿ ਕੇਂਦਰ ਦੇ ਕੋਲੇ ਬਹੁਤ ਸਾਰੀਆਂ ਨੇ, ਕਿ ਫੂਡ ਸਿਕਿਉਰਿਟੀ ਕੇਂਦਰ ਕੋਲੇ ਹੈ, ਪੀਡੀਐਸ ਕੇਂਦਰ ਕੋਲੇ ਹੈ, ਖਰੀਦ ਕੇਂਦਰ ਕੋਲੇ ਹੈ, ਸਬਸਿਡੀਆਂ ਭਾਵੇਂ ਉਹ ਖਾਦ ਦੀਆਂ ਨੇ, ਬੀਜਾਂ ਦੀਆਂ ਨੇ ਜਾਂ ਕਰਜ਼ੇ ਦੀਆਂ ਨੇ, ਉਹ ਸਾਰੀਆਂ ਸੈਂਟਰ ਗਵਰਨਮੈਂਟ ਕੋਲੇ ਨੇ। ਇਟ ਮੀਨਸ ਸੈਂਟਰ ਗਵਰਨਮੈਂਟ ਦਾ ਵੀ ਰੋਲ ਉਨਾ ਹੀ ਬਣਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੈ ਉਹ ਪੰਜਾਬ ਸਰਕਾਰ ਨੇ ਕਰਾਉਣੀ ਆ, ਉਹ ਖੇਤੀ ਪੰਜਾਬ ਦਾ ਜਿਹੜਾ ਇਸ਼ੂ ਹੈ। ਇਸ ਕਰਕੇ ਮੌਜੂਦਾ ਸਰਕਾਰ ਨੇ ਜਿਹੜੀ ਇੱਕ ਪ੍ਰਪੋਜ਼ਲ ਦਿੱਤੀ ਸੀ ਕਿ ਪਰ ਏਕੜ ਆਪਾਂ ਜਿਹੜਾ ਮਿਲ ਕੇ ਪੈਸੇ ਦਈਏ, ਸੈਂਟਰ ਨੇ ਉਹਨੂੰ ਰਿਜੈਕਟ ਕੀਤਾ ਇਸ ਕਿਸਮ ਦੀ ਸਕੀਮ, ਕਿਉਂਕਿ ਆਪਾਂ ਇਸ ਤੋਂ ਪਹਿਲਾਂ ਵੀ ਜਿਹੜਾ ਡਿਸਕਸ ਕੀਤਾ ਹੈ। ਮੈਂ ਇੱਕ ਮਿੰਟ ਕੰਪਲੀਟ ਕਰ ਲਾਂ। ਜੀ ਪਲੀਜ਼। ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸਾਨ ਖਾਸ ਕਰਕੇ ਜਿਹੜੇ ਜਿਹਨੂੰ ਅਸੀਂ ਛੋਟੇ ਜ਼ਿਮੀਂਦਾਰ ਕਹਿੰਦੇ ਆ, ਮਾਰਜਨਲ ਸਮਾਲ ਫਾਰਮਰਸ ਕਹਿੰਦੇ ਆ, ਉਹ ਪਰਾਲੀ ਦਾ ਕੋਈ ਹੱਲ ਨਹੀਂ ਕਰ ਸਕਦੇ। ਉਸ ਦਾ ਹੱਲ ਸਰਕਾਰਾਂ ਨੂੰ ਕਰਨਾ ਪੈਣਾ ਹੈ ਤੇ ਜਿਹੜਾ ਸਮਾਲ ਮਾਰਜਨਲ ਫਾਰਮਰਸ ਤਾਂ ਪਹਿਲਾਂ ਹੀ ਦੱਬੇ ਨੇ, ਆਪਾਂ ਹੋਰ ਉਹਨਾਂ ਨੂੰ ਮਸ਼ੀਨਾਂ ਦਈਏ ਜਾਂ ਖਰੀਦਣ ਸਰਕਾਰ ਦੇ, ਇਹ ਮਸ਼ੀਨਰੀ ਦਾ ਹੱਲ ਨਹੀਂ। ਪਹਿਲਾਂ ਤਾਂ ਇਹਦਾ ਰਕਬਾ ਘਟਾਉਣਾ ਪਏਗਾ। ਸਭ ਤੋਂ ਜਿਹੜਾ ਸੌਖਾ ਕਿਸਾਨ ਲਈ ਹੱਲ ਹੈ ਕਿ ਉਹ ਝੋਨੇ ਨੂੰ ਅੱਗ ਲਾਏਗਾ, ਉਹਦੀ ਮਜਬੂਰੀ ਹੈ, ਉਹਦੇ ਤੇ ਤੁਸੀਂ ਕੇਸ ਦਰਜ ਕਰੋ। ਮੈਂ ਪਹਿਲਾਂ ਵੀ ਇਹ ਪ੍ਰਪੋਜ਼ਲ ਦਿੱਤੀ ਸੀ ਕਿ 200 ਰੁਪਇਆ ਪਰ ਕੁਇੰਟਲ ਕਿਸਾਨ ਨੂੰ ਸਬਸਿਡੀ ਦਿਓ, ਜਿਹੜੀ ਇਹਦੇ ਤੇ ਪੈਸੇ ਦਿਓ 200 ਰੁਪਇਆ ਕੁਇੰਟਲ, ਤੇ ਉਹਨੂੰ ਕਹੋ ਵੀ ਹੁਣ ਤੂੰ ਪਰਾਲੀ ਨਹੀਂ ਸਾੜਨੀ। ਜੇ ਉਹ ਫੇਰ ਪਰਾਲੀ ਸਾੜਦਾ ਫਿਰ ਉਹਦੇ ਤੇ ਤੁਸੀਂ ਕੇਸ ਦਰਜ ਕਰੋ। ਆਪਾਂ ਸਾਰਿਆਂ ਨੂੰ ਕਿਤੇ ਲੱਗਦਾ ਕਿ ਕਿਸਾਨ ਜਿਹੜੇ ਉਹਨਾਂ ਨੂੰ ਸਮਝਾਉਣ ਦੀ ਲੋੜ ਆ, ਕਿਸਾਨਾਂ ਨੂੰ ਵਾਤਾਵਰਣ ਦਾ ਪਤਾ, ਕਿਸਾਨਾਂ ਨੂੰ ਹਰ ਚੀਜ਼ ਦਾ ਪਤਾ ਹੈ। ਇਸ ਕਰਕੇ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਜ਼ਿਆਦਾ। ਠੀਕ ਹੈ। ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦਾ ਕਿ ਬਿਨਾਂ ਮਾਰਜਨਲ ਕਿਸਾਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਹੜੇ 2 4 5 ਏਕੜ ਵਾਲੇ, ਉਹਨਾਂ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਕਿ ਕੋਈ ਸਕੀਮ ਆਵੇ ਕਿ 2 4 5 ਏਕੜ ਵਾਲਿਆਂ ਦੇ ਲਈ ਇੱਕ ਵੱਖਰਾ ਕੋਈ ਪੂਰਾ ਪਲਾਨ ਬਣਾਇਆ ਜਾਵੇ। ਡਾਕਟਰ ਸਾਹਿਬ ਨਹੀਂ, ਮੈਂ ਨਹੀਂ, ਪਲਾਨ ਪੂਰਾ ਹੋਵੇ, ਜਿਹੜੀ ਸਬਸਿਡੀ ਸਾਰਿਆਂ ਨੂੰ ਬਰਾਬਰ ਮਿਲੇ, ਇਹਦੇ 'ਚ ਨਹੀਂ ਹੈ। ਕਿਉਂਕਿ ਵੱਡੇ ਜ਼ਿਮੀਂਦਾਰ ਤਾਂ ਜਿਹੜੇ ਆਪਣੇ ਕੋਲੋਂ ਸੰਦ ਲੈ ਲੈਂਦੇ ਨੇ। ਮੈਂ ਇੱਕ ਹੋਰ ਕਲੀਅਰ ਗੱਲ ਕਰਨੀ ਚਾਹੁੰਦਾ ਕਿ ਆਪਣੇ ਇੱਥੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਬੰਦੇ ਬੈਠੇ ਨੇ ਕਿ ਜਿਹੜੀ ਵੀ ਮਸ਼ੀਨਾਂ ਨੂੰ ਸਬਸਿਡੀ ਪੈਸੇ ਖਰੀਦਣ ਦੀ ਜਾਂਦੀ ਹੈ, ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਕਿਸਾਨ ਨੇ ਉਹ ਮਸ਼ੀਨ ਖਰੀਦਣੀ ਤਾਂ ਲੱਖ ਦੀ ਹੈ, ਜੇ ਸਰਕਾਰ ਦੁਆਰਾ ਸਬਸਿਡੀ ਤੇ ਖਰੀਦਣੀ ਤਾਂ 2 ਲੱਖ ਦੀ ਹੈ। ਸਬਸਿਡੀ ਸਾਰੀ ਦੀ ਸਾਰੀ ਜਿਹੜੇ ਇੰਪਲੀਮੈਂਟ ਦੇ ਮੈਨੂਫੈਕਚਰਰਸ ਨੇ ਉਹਨਾਂ ਨੂੰ ਜਾਂਦੀ ਹੈ, ਤੇ ਜਦੋਂ ਇੱਕ ਵਾਰੀ ਉਹ ਚੱਲ ਪਈ ਸਾਲ ਖੜੀ ਰਹਿਣੀ ਹੈ, ਅਗਲੇ ਸਾਲ ਫੇਰ ਜਿਹੜਾ ਉਹਦੇ ਤੋਂ ਰਿਪੇਅਰ ਹੋਣੀ ਹੈ ਜਿੰਨੇ ਦੀ ਨਵੀਂ ਖਰੀਦਣੀ। ਇਸ ਲਈ ਪਹਿਲੀ ਗੱਲ ਤਾਂ ਝੋਨੇ ਤੇ ਪੰਜਾਬ ਦੇ ਵਿੱਚ ਕਾਫੀ ਰਕਬਾ ਘਟਾਉਣ ਦੀ ਲੋੜ ਹੈ।
ਜਿਹੜਿਆਂ ਝੋਨੇ ਦੇ ਥਾਂ ਤੇ ਫਸਲਾਂ ਬੀਜੋ ਉਹਨਾਂ ਦੀ ਅਸ਼ੋਰਡ ਮਾਰਕੀਟਿੰਗ ਤੇ ਅਸ਼ੋਰਡ ਜਿਹੜਾ ਪ੍ਰਾਈਸ ਜਿਹੜਾ ਉਹਦਾ ਹੋਏ ਕਾਨੂੰਨੀ, ਤੇ ਫਿਰ ਆਪਾਂ ਇਹਦਾ ਜਿਹੜਾ ਹੱਲ ਨਿਕਲ ਜਾਏਗਾ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਇਨਫੈਕਟ ਸਾਡੇ ਨਾਲ ਦੁਬਾਰਾ ਰਾਏ ਸਾਹਿਬ ਜੁੜ ਚੁੱਕੇ ਨੇ। ਮਨਜੀਤ ਸਿੰਘ ਜੀ, ਉਮੀਦ ਹੈ ਤੁਹਾਡੀ ਆਵਾਜ਼ ਕਲੀਅਰ ਆਏਗੀ, ਹੁਣ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮੇਰੀ ਗੌਰਵ ਜੀ ਆਵਾਜ਼ ਥੋੜੀ ਜੀ ਬੈਟਰ ਹੈ, ਪਰ ਅੱਜ ਥੋੜਾ ਈਕੋ ਕਰ ਰਹੀ ਹੈ। ਕੋਸ਼ਿਸ਼ ਕਰਦੇ ਹਾਂ ਕਿ ਪਹੁੰਚ ਸਕੇ ਦਰਸ਼ਕਾਂ ਤੱਕ। ਜੀ ਮੈਂ ਅਸਲ ਵਿੱਚ ਗੌਰਵ ਜੀ ਇਹ ਕਹਿੰਦਾ ਸੀ ਕਿ ਦੇਖੋ ਜਿਹੜੀ ਗੱਲ ਸੋਈ ਸਾਹਿਬ ਨੇ ਕਹੀ ਹੈ ਇਹਦਾ ਕੇਵਲ ਪੰਜਾਬ ਦੀ ਸਾਜ਼ਿਸ਼ ਦੇ ਤਹਿਤ, ਕਿਉਂਕਿ ਹਰਿਆਣੇ 'ਚ ਵੀ ਅੱਗ ਲੱਗ ਹੈ। ਨਹੀਂ ਮਨਜੀਤ ਜੀ, ਅਜੇ ਵੀ ਗੱਲ ਨਹੀਂ ਬਣੀ। ਟੈਕਨੀਕਲ ਇਸ਼ੂ ਹੈ, ਲੱਗਦਾ ਅੱਜ ਔਖਾ ਦੂਰ ਹੋਏਗਾ, ਪਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਨਾਲ ਜੋੜੀਏ। ਤੁਹਾਡਾ ਕਮੈਂਟ ਬਹੁਤ ਜ਼ਰੂਰੀ ਔਰ ਲੋਕਾਂ ਤੱਕ ਪਹੁੰਚਣਾ ਵੀ ਚਾਹੀਦਾ। ਮੈਂ ਰੁਕ ਕਰਾਂ, ਪਰ ਉਸ ਤੋਂ ਪਹਿਲਾਂ ਮੈਂ ਸੋਈ ਸਾਹਿਬ ਤੁਹਾਡਾ ਇੱਕ ਰਿਐਕਸ਼ਨ ਚਾਹੂੰਗਾ। ਦੇਖੋ, ਤੁਸੀਂ ਸੂਬਾ ਸਰਕਾਰ ਦੇ ਉੱਤੇ ਬੀਜੇਪੀ ਬਹੁਤ ਸਾਰੇ ਸਵਾਲ ਚੁੱਕ ਰਹੀ ਹੈ, ਪਰ ਸੂਬਾ ਸਰਕਾਰ ਇੱਕ ਪ੍ਰਪੋਜ਼ਲ ਲੈ ਕੇ ਆਈ ਸੀ ਕਿ 500 ਅਸੀਂ ਪਾਉਂਗੇ, 500 ਦਿੱਲੀ ਵਾਲੇ ਪਾਉਣਗੇ, 1000 ਪਾ ਦੇਵੇ ਕੇਂਦਰ ਦੀ ਸਰਕਾਰ, ਗੱਲ ਬਣ ਜਾਣੀ ਹੈ। 2000 ਰੁਪਏ ਪ੍ਰਤੀ ਏਕੜ ਜੇਕਰ ਕਿਸਾਨਾਂ ਨੂੰ ਮਿਲ ਜੇ ਤਾਂ ਫਿਰ ਹੱਲ ਹੋ ਸਕਦਾ ਹੈ। ਪਰ ਸੈਂਟਰ ਦੀ ਸਰਕਾਰ ਨੇ ਉਸ ਪ੍ਰਪੋਜ਼ਲ ਦੇ ਉੱਤੇ ਜ਼ਿਆਦਾ ਕੋਈ ਧਿਆਨ ਦਿੱਤਾ ਨਹੀਂ। ਗੌਰਵ ਜੀ, ਜਦੋਂ ਜਿਹੜਾ ਪਹਿਲਾਂ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਹੈਗਾ, ਸੰਘੇੜਾ ਸਾਹਿਬ ਨੇ ਹੁਣ ਤੁਹਾਡੇ ਟੀਵੀ ਤੇ ਮੰਨਿਆ ਤਕਰੀਬਨ 1200 ਕਰੋੜ ਇਹਨਾਂ ਕੋ ਆ ਚੁੱਕਾ ਹੈ, ਉਹਦਾ ਹਿਸਾਬ ਦੇ ਦੇਣ ਕਿ ਉਹ ਕੀ ਕਰਨਾ ਇਹਨਾਂ ਨੇ। ਜਦੋਂ ਅਸੀਂ ਹਰਿਆਣੇ ਦੀ ਸਰਕਾਰ ਨੂੰ ਸੇਮ ਪੈਸਾ ਦੇ ਰਹੇ ਹਾਂ, ਤਕਰੀਬਨ ਪੰਜਾਬ ਨੂੰ ਘੱਟ ਦੇ ਰਹੇ ਹਾਂ, ਤੇ ਹਰਿਆਣੇ ਦੀ ਸਰਕਾਰ 2500 ਰੁਪਇਆ ਪਰ ਏਕੜ ਕਿਸਾਨਾਂ ਨੂੰ ਦੇ ਰਹੀ ਹੈ, ਤੇ ਹਰਿਆਣੇ 'ਚ ਪਰਾਲੀ ਸਾੜਨ ਦੀਆਂ ਜਿਹੜੀਆਂ ਹੈਗੀਆਂ ਨੇ ਇਨਸੀਡੈਂਟਸ ਨੇ ਉਹ 34% ਘਟੇ ਨੇ, ਤੇ ਪੰਜਾਬ 'ਚ ਕਿਉਂ ਨਹੀਂ ਦੇ ਸਕਦੇ? ਉਦੋਂ ਤੇ ਜਦੋਂ ਸਰਕਾਰ ਬਣਾਈ ਸੀ ਉਦੋਂ ਕੇਜਰੀਵਾਲ ਸਾਹਿਬ ਨੇ ਇੱਕ ਫਾਰਮੂਲਾ ਵੀ ਲਿਆਂਦਾ ਸੀਗਾ, ਤੁਹਾਨੂੰ ਯਾਦ ਹੋਣਾ ਗੌਰਵ ਜੀ, ਅਸੀਂ ਬਾਇਓ ਡੀਕੰਪੋਜ਼ਰ ਬਣਾ ਲਿਆ ਜੀ ਪੂਸਾ ਇੰਸਟੀਚਿਊਟ ਦੀ ਮਦਦ ਦੇ ਨਾਲ, ਤੇ ਉਹਦੇ ਉੱਪਰ ਇਹਨਾਂ ਨੇ 100 ਰੁਪਏ ਦੀ ਵਰਤੋਂ ਦੇ ਨਾਲ 1 ਏਕੜ ਦਾ ਪੂਰਾ ਬਾਇਓ ਡੀਕੰਪੋਜ਼ਰ ਵਰਤ ਕੇ ਤੇ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਜਾਣਾ ਸੀਗਾ। ਉਹਦੇ ਵਾਸਤੇ ਕੇਜਰੀਵਾਲ ਸਾਹਿਬ ਨੇ 43 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਵੀ ਖਰਚੀ ਸੀਗੀ। ਤੇ ਹੁਣ ਉਹਦਾ ਬਾਇਓ ਡੀਕੰਪੋਜ਼ਰ ਹੈ, ਪੰਜਾਬ ਦੇ ਕਿਸਾਨਾਂ ਨੂੰ ਦਿਓ ਤਾਂ ਕਿ ਪੰਜਾਬ ਦਾ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ। ਸੰਘੇੜਾ ਸਾਹਿਬ ਨੂੰ ਪੁੱਛੋ ਕਿ ਉਹ ਬਾਇਓ ਡੀਕੰਪੋਜ਼ਰ ਯੂਜ਼ ਨਹੀਂ ਕਰਨਾ, ਹੁਣ ਉਹ ਸਿਰਫ ਇਲੈਕਸ਼ਨ ਦਾ ਮੈਨੀਫੈਸਟੋ ਸੀਗਾ ਜਾਂ ਇਲੈਕਸ਼ਨ ਦੀ ਕੈਂਪੇਨ ਸੀਗੀ। ਜਦੋਂ ਇਹਨਾਂ ਨੇ ਕਿਹਾ ਸੀਗਾ ਸਾਡੇ ਕੋਲ 40,000 ਕਰੋੜ ਰੁਪਈਆ ਅਸੀਂ ਐਂਟੀ ਕਰਪਸ਼ਨ ਡਰਾਈਵ ਕਰਕੇ ਕਮਾਵਾਂਗੇ, ਤਾਂ ਇਹਨਾਂ ਨੇ ਹੁਣ ਇਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਮੈਨੇਜਮੈਂਟ ਸੀਗੀ ਉਹਦੇ ਚੋਂ ਕਿਸਾਨਾਂ ਨੂੰ 2500 ਰੁਪਇਆ ਏਕੜ ਜਿਵੇਂ ਸਾਡੀ ਹਰਿਆਣੇ ਦੀ ਸਰਕਾਰ ਕਰ ਰਹੀ ਹੈ, ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ? ਜਦੋਂ ਆਲਰੇਡੀ ਇਹਨਾਂ ਨੂੰ 1000 ਕਰੋੜ ਰੁਪਏ ਕਰ ਰਹੀ ਹੈ ਸਰ ਹਰਿਆਣੇ ਦੀ ਸਰਕਾਰ ਝੋਨੇ ਵਾਲੇ ਕਿਸਾਨਾਂ ਨੂੰ ਦੇ ਰਹੀ ਹੈ 2500 ਰੁਪਏ 2500 ਰੁਪਇਆ ਪਰ ਏਕੜ ਦੇ ਰਹੀ ਹੈ ਜੀ। ਐਂਡ ਯੂ ਕੈਨ ਕਨਫਰਮ ਦਿਸ ਫੈਕਟ ਫਰਮ ਐਨੀਵੇਅਰ। 2500 ਰੁਪਇਆ ਪਰ ਏਕੜ ਕਿਸਾਨਾਂ ਨੂੰ ਦੇ ਰਹੀ ਹੈ ਕਿ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ, ਤਾਂ ਉੱਥੇ 30% ਅੱਗਾਂ ਦਾ ਜਿਹੜਾ ਲਾਉਣ ਦਾ ਜਿਹੜਾ ਇਨਸੀਡੈਂਟ ਸੀਗੇ ਉਹ ਘਟੇ ਨੇ, ਤੇ ਪੰਜਾਬ 'ਚ ਵੀ ਹੋ ਸਕਦਾ ਸੀਗਾ। ਅੱਜ ਪੰਜਾਬ ਨੂੰ ਜ਼ਰੂਰਤ ਹੈਗੀ ਹੈ ਇੱਕ ਖੇਤੀਬਾੜੀ ਨੀਤੀ ਦੀ, ਕਿਉਂਕਿ ਇਹਨਾਂ ਕੋਲ ਟਾਈਮ ਹੈ ਨਹੀਂ ਹੈ, ਇਹਨਾਂ ਕੋਲ ਪੋਲੀਟੀਕਲ ਟੂਰਿਜ਼ਮ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਟਾਈਮ ਨਹੀਂ ਹੈ, ਇਸ ਕਰਕੇ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ ਹੈਗੇ। ਤੇ ਪੰਜਾਬ ਦੀ ਤੁਸੀਂ ਮੇਰੀ ਆਵਾਜ਼ ਵੀ ਸੁਣਦੇ ਹੋਵੋਗੇ, ਬੜੀ ਹੋਰਸ ਆਵਾਜ਼ ਹੋਈ ਹੈ, ਕਿਉਂਕਿ ਇਸ ਵਕਤ ਪੰਜਾਬ ਇਜ਼ ਅੰਡਰ ਦੀ ਗ੍ਰਿਪ ਆਫ ਐਸਥਮਾ। ਇੱਥੇ PM 2.5 ਨੇ ਪੰਜਾਬੀਆਂ ਦਾ ਜੀਣਾ ਹਰਾਮ ਕੀਤਾ ਹੋਇਆ, ਸਾਹ ਲੈਣਾ ਔਖਾ ਹੋਇਆ ਹੋਇਆ ਪੰਜਾਬ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ 1000 ਵਾਲਾ ਜਵਾਬ ਅਜੇ ਵੀ ਬਾਕੀ ਹੈ ਸਰ। ਤੁਸੀਂ ਹਿਸਾਬ ਮੰਗ ਰਹੇ ਸੀ, ਥੋੜਾ ਜਿਹਾ ਟਾਈਮ ਦਿਓ ਸੰਘੇੜਾ ਸਾਹਿਬ। ਦੇਖੋ ਦੋ ਚੀਜ਼ਾਂ ਨੇ, ਇੱਕ ਤਾਂ ਐਮਰਜੈਂਸੀ ਲਗਾ ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬੀਆਂ ਜੀ ਮੈਂ ਸੋਈ ਸਾਹਿਬ ਤੁਹਾਡੇ ਕੋਲ ਵਾਪਸ ਆਉਂਗਾ, ਥੋੜਾ ਜਿਹਾ ਇੰਤਜ਼ਾਰ ਕਰਿਓ। ਸੰਘੇੜਾ ਸਾਹਿਬ, ਪਹਿਲਾਂ ਤਾਂ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਇਲੈਕਸ਼ਨ ਦੇ ਵਿੱਚ ਤੁਸੀਂ ਬਹੁਤ ਜ਼ਿਕਰ ਕਰ ਰਹੇ ਸੀ ਆਮ ਆਦਮੀ ਪਾਰਟੀ ਕੀ ਡੀਕੰਪੋਜ਼ਰ ਸਾਡੇ ਕੋਲ ਇੱਕ ਘੋਲ ਤਿਆਰ ਹੈ, ਪਰਾਲੀ ਦੇ ਉੱਤੇ ਛਿੜਕਾਂਗੇ ਹੱਲ ਹੋ ਜਾਣਾ ਹੈ ਤੇ ਫਿਰ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਪੈਣੀ, ਫਿਰ ਉਹ ਇੱਥੇ ਇੰਪਲੀਮੈਂਟ ਨਹੀਂ ਕਰ ਪਾਏ ਜਾਂ ਕੀ ਦਿੱਕਤ ਨਜ਼ਰ ਆ ਗਈ ਉਸ ਦੇ ਵਿੱਚ? ਨਹੀਂ ਗੌਰਵ ਜੀ, ਮੈਂ ਇਹਦੇ ਤੇ ਵੀ ਆਉਣਾ ਆ। ਮੈਂ ਪਹਿਲੀ ਗੱਲ ਤਾਂ ਸੋਈ ਸਾਹਿਬ ਗੱਲਾਂ ਨੂੰ ਟਵਿਸਟ ਕਰਕੇ ਝੂਠ ਬੋਲ ਰਹੇ ਨੇ। ਇਹ ਪੰਜਾਬ ਨੂੰ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ, ਪੰਜਾਬ ਦੀ ਸਕੀਮ ਇਹਨਾਂ ਨੇ ਰੱਦ ਕਰਤੀ ਆ ਜਿਹੜੀ ਅਸੀਂ ਬਣਾ ਕੇ ਭੇਜੀ ਸੀਗੀ। ਹਰਿਆਣੇ ਦਾ ਮੈਨੂੰ ਨਹੀਂ ਪਤਾ ਇਹਨਾਂ ਨੇ ਕੋਈ ਵੱਖਰੇ ਹੈਡ 'ਚ ਪੈਸੇ ਦਿੱਤੇ ਆ ਕਿ ਨਹੀਂ ਦਿੱਤੇ। ਜਿਹੜੇ ਸਾਨੂੰ ਪੈਸੇ ਦਿੱਤੇ ਆ ਉਹ ਕਹਿ ਰਹੇ ਮੰਨ ਗਏ ਨੇ, ਜਿੱਦਾਂ ਮੁਕਰੇ ਤੇ ਕੇਂਦਰ ਸਰਕਾਰ ਕੋਲੋਂ ਥੋੜੀ ਪੈਸੇ ਦੇ ਰਹੀ ਆ। ਉਹ ਮਸ਼ੀਨਾਂ ਵਾਸਤੇ ਆਈ। ਸੋਈ ਸਾਹਿਬ ਵਿੱਚ ਨਾ ਬੋਲੋ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਲੋਕਾਂ ਨੂੰ ਗੱਲ ਨਹੀਂ ਸਮਝ ਲੱਗੇਗੀ। ਉਹ ਮਸ਼ੀਨਾਂ ਵਾਸਤੇ ਪੈਸੇ ਆ, ਜਿਹੜੇ ਮਸ਼ੀਨਾਂ ਵਾਸਤੇ ਪੈਸੇ ਆ ਉਹ ਇਸ ਤਰ੍ਹਾਂ ਨਹੀਂ ਵੰਡੇ ਜਾ ਸਕਦੇ। ਸਾਡੀ ਪੈਸੇ ਵੰਡਣ ਵਾਲੀ ਸਕੀਮ ਤਾਂ ਇਹਨਾਂ ਨੇ ਰੱਦ ਕਰਤੀ ਹੈ, ਉਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਪੂਲ ਕਰਕੇ ਪਾਉਣੇ ਸੀਗੇ, ਉਹ ਰਿਜੈਕਟ ਕਰਤੀ ਇਹਨਾਂ ਨੇ। ਉਹ ਕਹਿੰਦੇ ਹਰਿਆਣੇ ਵਾਲੇ 2500 ਰੁਪਏ ਪ੍ਰਤੀ ਏਕੜ ਦੇ ਰਹੇ। ਆਈ ਡੋਨਟ ਥਿੰਕ ਸੋ। ਇਹਨਾਂ ਨੇ ਜੇ ਉਹਨਾਂ ਨੂੰ ਅਲੱਗ ਹੈਡ 'ਚ ਦਿੱਤੇ ਹੋਣਗੇ ਫਿਰ
ਉਹ ਦੇ ਸਕਦੇ ਆ। ਮਸ਼ੀਨਾਂ ਵਾਲੇ ਹੈੱਡ ਚੋਂ ਤੁਸੀਂ ਫਾਰਮਰ ਨੂੰ ਪੈਸਾ ਨਹੀਂ ਵੰਡ ਸਕਦੇ। ਸਾਨੂੰ ਜਿਹੜਾ ਪੈਸਾ ਆ ਉਹ ਜਿਹੜੀਆਂ ਮਸ਼ੀਨਾਂ ਆ ਉਹਨਾਂ ਵਾਸਤੇ ਆਇਆ ਹੈਗਾ, ਔਰ ਉਹ ਮਸ਼ੀਨਾਂ ਅਸੀਂ ਵੰਡ ਰਹੇ ਹਾਂ ਸਬਸਿਡੀ ਦੇਣ ਵਾਸਤੇ। ਮਸ਼ੀਨਾਂ ਦੀ ਸਬਸਿਡੀ ਦਾ ਪੈਸਾ ਆ ਉਹ। ਤੇ ਦੂਸਰੀ ਗੱਲ ਜਿਹੜੀ ਆ ਪੂਸਾ ਬਾਇਓ ਡੀਕੰਪੋਜ਼ਰ ਦੀ, ਦਿੱਲੀ 'ਚ ਅਸੀਂ ਜੋ ਉੱਥੇ ਕੀਤਾ ਸੀਗਾ ਉੱਥੇ ਠੀਕ ਰਿਹਾ ਸੀਗਾ। ਦਿੱਲੀ ਦੇ ਆਲੇ ਦੁਆਲੇ ਪੈਡੀ ਦਾ ਇੰਨਾ ਜ਼ਿਆਦਾ ਏਕੜੇਜ ਨਹੀਂ ਹੈਗੀ, ਇੰਨੀ ਜ਼ਿਆਦਾ ਮਾਤਰਾ ਨਹੀਂ ਹੈਗੀ। ਇਸ ਸਾਲ ਅਸੀਂ 5000 ਏਕੜ ਤੇ ਪੂਸਾ ਬਾਇਓ ਡੀਕੰਪੋਜ਼ਰ ਨਾਲ ਪਾਇਲਟ ਪ੍ਰੋਜੈਕਟ ਦੇ ਉੱਤੇ ਐਕਸਪੈਰੀਮੈਂਟ ਕਰ ਰਹੇ ਹਾਂ ਕਿ ਇੱਥੇ ਦੀ ਪੈਡੀ ਵਾਸਤੇ ਜਾਂ ਇੱਥੇ ਕਿੰਨਾ ਕੁ ਉਹ ਇਫੈਕਟਿਵ ਹੁੰਦਾ ਹੈ, ਕਿੰਨਾ ਕੁ ਨਹੀਂ। ਅਗਲੇ ਸੀਜ਼ਨ ਤੋਂ ਉਹਨੂੰ ਵੱਡੇ ਪੱਧਰ ਤੇ ਅਸੀਂ ਕਰਾਂਗੇ। 5000 ਦੀ ਸਕੀਮ ਸਾਡੀ ਹੈਗੀ, ਅਸੀਂ ਉਹ ਲੱਗੇ ਹੋਏ ਹਾਂ ਉਹਦੇ ਤੇ, ਉਹ ਕਰ ਰਹੇ ਹਾਂ। ਇਹ ਨਹੀਂ ਹੈ ਕਿ ਅਸੀਂ ਉਹਨੂੰ ਬਿਲਕੁਲ ਵਿਸਾਰ ਦਿੱਤਾ ਜਾਂ ਸੀਗਾ, ਉੱਥੇ ਬਹੁਤ ਛੋਟੇ ਪੱਧਰ ਤੇ ਦਿੱਲੀ ਦੇ ਵਿੱਚ। ਸੋ ਉੱਥੇ ਮਤਲਬ ਤੁਸੀਂ ਕਹਿ ਰਹੇ, ਪਰ ਮੈਂ ਇੱਕ ਹੋਰ ਸਵਾਲ ਲੈਣਾ ਚਾਹੁੰਦਾ ਇਕਨੋਮੀ ਵੀ ਵਰਕਆਊਟ ਕਰਨੀ ਜੋ ਡਾਕਟਰ ਕੇਸਰ ਸਿੰਘ ਭੰਗੂ ਜੀ ਕਹਿ ਰਹੇ ਸੀ, ਕਹਿੰਦੇ ਤੁਸੀਂ ਮਸ਼ੀਨ ਲੈਣ ਚਲੇ ਜਾਓ, ਜੇਕਰ ਤਾਂ ਤੁਸੀਂ ਡਾਇਰੈਕਟਲੀ ਖਰੀਦਣੀ ਹੈ ਤਾਂ ਲੱਖ ਰੁਪਏ ਦੀ ਹੈ, ਜੇਕਰ ਤੁਸੀਂ ਸਬਸਿਡੀ ਵਾਲਾ ਘੁਮੇਰ ਪਾਣਾ ਹੈ ਘੁੰਮ ਕੇ ਲੈਣੀ ਹੈ ਤਾਂ ਫਿਰ 2 ਲੱਖ ਰੁਪਏ ਦੀ ਹੈ। ਯਾਨੀ ਉਹ ਸਬਸਿਡੀ ਵਾਲਾ ਇਹ ਤਾਂ ਸਕੈਮ ਹੋ ਗਿਆ ਸੰਘੇੜਾ ਸਾਹਿਬ। ਇਹ ਤਾਂ ਚਿੰਤਾ ਵਾਲੀ ਗੱਲ ਹੈ ਕਿ ਜਦੋਂ ਸਰਕਾਰ ਵਾਲੇ ਖਾਤੇ 'ਚ ਘੁੰਮ ਕੇ ਆਣੀ ਹੈ ਤਾਂ ਫਿਰ 2 ਲੱਖ ਰੁਪਏ ਦੀ, ਜੇ ਵੈਸੇ ਡਾਇਰੈਕਟ ਲੈਣੀ ਹੈ ਤਾਂ ਲੱਖ ਰੁਪਏ ਦੀ। ਜੇ ਸੇਮ ਹੀ ਮਸ਼ੀਨ ਜਿਹੜੀ ਆ ਉਹਦਾ ਇਸ ਤਰ੍ਹਾਂ ਹੋਊਗਾ ਤਾਂ ਬੰਦੇ ਫੜੇ ਜਾਣਗੇ। ਫਿਰ ਕੋਈ ਮੈਂ ਡਾਕਟਰ ਕੇਸਰ ਉਹਨਾਂ ਦੀ ਗੱਲ ਨੂੰ ਕੱਟਦਾ ਨਹੀਂ ਹੈ। ਡਾਕਟਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਇਨਫੈਕਟ ਮੈਂ ਇੱਕ ਮਿੰਟ ਮੈਂ ਦੂਸਰੀ ਗੱਲ ਦੱਸਦਾ ਜਿਹੜੀ ਭੰਗੂ ਸਾਹਿਬ ਨੇ ਗੱਲਾਂ ਦੱਸੀਆਂ ਹੈ ਡਾਕਟਰ ਸਾਹਿਬ ਨੇ, ਇਹ ਪੈਡੀ ਹੇਠ ਘਟਾਉਣਾ ਚਾਹੀਦਾ ਹੈ। ਮੈਂ ਸੋਈ ਸਾਹਿਬ ਨੂੰ ਗੱਲ ਕਰਨੀ ਚਾਹੁੰਦਾ ਵੀ ਪੈਡੀ ਪੰਜਾਬ ਤੇ ਠੋਸੀ ਗਈ ਹੈ। ਉਦੋਂ ਠੋਸੀ ਆ ਜਦੋਂ ਇੰਡੀਆ ਨੂੰ ਸਾਰੇ ਦੁਨੀਆ 'ਚ ਹੱਥ ਅੱਡਣੇ ਪੈਂਦੇ ਸੀਗੇ, ਔਰ ਕਿਸਾਨਾਂ ਨੇ ਪੈਡੀ ਨੂੰ ਸਾਰੀ ਇੰਡੀਆ ਦੀ ਲੋੜ ਪੂਰੀ ਕਰਕੇ ਪੀਡੀਐਸ ਸਿਸਟਮ ਦੀ ਫੂਡ ਸਿਕਿਉਰਿਟੀ ਸਿਸਟਮ ਦੀ ਸੀਗੀ, ਆਪਣਾ ਪਾਣੀ ਵੀ ਦਵਾ ਲਿਆ। ਥੋੜਾ ਇੰਤਜ਼ਾਰ ਕਰੋ, ਸੋਈ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ ਤੇ ਥੋੜਾ ਟਾਈਮ ਉਹਦੇ ਵਾਸਤੇ ਗੱਲ ਨਹੀਂ ਪਹੁੰਚ ਪਾਉਂਦੀ, ਮੈਂ ਇਸ ਕਰਕੇ ਰਿਕੁਐਸਟ ਕਰ ਰਿਹਾ। ਸਬਸਿਡੀਜ਼ ਵਾਸਤੇ ਮਿਲੀਅਨ ਬਿਲੀਅਨ ਰੁਪੀਜ਼ ਹੈਗੇ ਆ ਕੇਂਦਰ ਕੋਲ, ਉਦੋਂ ਪੰਜਾਬ ਲਈ ਹੱਥ ਪਿੱਛੇ ਖਿੱਚਦੇ ਆ। ਕਿੰਨਾ ਖੁਸ਼ ਹੋ ਕੇ ਬਾਕੀਆਂ ਨੂੰ ਦੇ ਰਹੇ ਆ, ਬਾਕੀਆਂ ਦਾ ਹਰਿਆਣਾ ਨੂੰ ਦੇ ਰਹੇ ਸਰ, ਜਿਹੜੇ ਯੂਪੀ ਦੇ ਵਿੱਚ ਲੱਗਦਾ ਉਹਨੂੰ ਦੇ ਰਹੇ ਆ। ਠੀਕ ਹੈ ਸੋਈ ਸਾਹਿਬ ਥੋੜਾ ਇੰਤਜ਼ਾਰ ਕਰੋ ਪਲੀਜ਼, ਥੋੜੇ ਕਰਦੇ ਆ ਕਿ 30 ਸੈਕਿੰਡ ਦੋ ਇੱਕ ਵਾਰੀ ਡਾਕਟਰ ਸਾਹਿਬ ਹਰਿਆਣਾ ਦੇ ਵਿੱਚ ਵੈਸੇ ਵੀ ਪੈਡੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਨਹੀਂ ਹੈ। ਮੈਕਸਿਮਮ ਪੈਡੀ ਦਾ ਪ੍ਰੈਸ਼ਰ ਪੰਜਾਬ ਦੇ ਵਿੱਚ ਹੈ। ਸਾਡੇ 180 ਲੱਖ ਟਨ ਪੈਡੀ ਦਾ ਸਟ੍ਰੋ ਹੈ, ਉਹਦੇ ਵਿੱਚੋਂ 45% ਸਾਂਭਦੇ ਵੀ ਆ ਅਸੀਂ, ਕਿਸਾਨ ਵੀ ਸਾਂਭਦਾ, ਉਹ ਆਪਣਾ ਮਿੱਲਾਂ 'ਚ ਵੀ ਜਾਂਦਾ ਬੇਲ ਕਰਕੇ ਥੋੜੇ ਬਹੁਤ ਜ਼ਿਆਦਾ ਗ੍ਰੈਵਿਟੀ ਜਿਹੜੀ ਕੰਡੀਸ਼ਨ ਮਾੜੀ ਆ ਪੰਜਾਬ 'ਚ ਮਾੜੀ ਹੈ। ਪਲੀਜ਼ ਥੋੜੇ ਵੇਟ ਕਰੋ, ਡਾਕਟਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਮੈਂ ਤੁਹਾਡੇ ਕੋਲ ਆ ਰਿਹਾ ਸੋਈ ਸਾਹਿਬ, ਤੁਸੀਂ ਆਪਣੀ ਗੱਲ ਰੱਖਿਓ, ਥੋੜੇ ਇੰਤਜ਼ਾਰ ਕਰਿਓ ਸਰ। ਡਾਕਟਰ ਸਾਹਿਬ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਹੈ, ਮੈਂ ਜਿਹੜੀ ਸਬਸਿਡੀ ਦੀ ਗੱਲ ਕੀਤੀ ਹੈ ਕੋਈ ਮੌਜੂਦਾ ਗਵਰਨਮੈਂਟ ਦੀ ਨਹੀਂ ਕੀਤੀ, ਇਹ ਪਿਛਲੀਆਂ ਸਰਕਾਰਾਂ ਵੇਲੇ ਇੱਕ ਸਿਸਟਮ ਚੱਲਿਆ ਆ ਰਿਹਾ ਹੈ। ਮੈਂ ਮੌਜੂਦਾ ਗਵਰਨਮੈਂਟ ਤੇ ਕੋਈ ਬਲੇਮ ਨਹੀਂ ਕਰ ਰਿਹਾ। ਦੂਸਰੀ ਗੱਲ ਜਿਹੜੀ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਆਪਾਂ ਕਿ ਝੋਨਾ ਜਾਣਾ ਚਾਹੀਦਾ ਹੈ, ਮੈਂ ਦਾਅਵੇ ਨਾਲ ਕਹਿੰਦਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਡਾਈਵਰਸਿਫਿਕੇਸ਼ਨ ਨਹੀਂ ਚਾਹੁੰਦੀ। ਉਹਦੇ ਬਿਲਕੁਲ ਫੈਕਟ ਨੇ ਕਿ ਪਿਛਲੇ ਸੀਜ਼ਨ ਦੇ ਵਿੱਚ ਗਰਮੀ ਜ਼ਿਆਦਾ ਪੈਣ ਕਰਕੇ ਕਣਕ ਦਾ ਝਾੜ ਸਿਰਫ 10% ਦੇ ਨੇੜੇ ਘਟਿਆ ਹੈ। ਕੇਂਦਰ ਸਰਕਾਰ ਨੇ ਵੀਟ ਦੀ ਐਕਸਪੋਰਟ ਤੇ ਬੈਨ ਲਾ ਦਿੱਤਾ। ਹੁਣ ਝੋਨੇ ਦੇ ਅੰਦਰ ਥੋੜਾ ਰਕਬਾ ਘਟਿਆ ਹੈ ਤੇ ਥੋੜੀ ਜਿਹੜੀ ਪ੍ਰੋਡਕਟਿਵਿਟੀ ਘਟੀ ਹੈ ਜਿਹੜੀ ਬਿਮਾਰੀ ਕਰਕੇ, ਤੇ ਕੇਂਦਰ ਸਰਕਾਰ ਨੇ ਚਾਵਲ ਦੀ ਐਕਸਪੋਰਟ ਤੇ ਬੈਨ ਲਾ ਦਿੱਤਾ ਹੈ। ਇਸ ਕਰਕੇ ਮੈਂ ਦਾਅਵੇ ਨਾਲ ਕਹਿੰਦਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਝੋਨੇ ਦੀ ਡਾਈਵਰਸਿਫਿਕੇਸ਼ਨ ਕਰਨਾ ਹੀ ਨਹੀਂ ਚਾਹੁੰਦੀ। ਉਹ ਸਿਰਫ ਰੌਲਾ ਰੱਪਾ ਪਾਉਂਦੀ ਹੈ ਤੇ ਪੈਸੇ ਦੇਣਾ ਨਹੀਂ ਚਾਹੁੰਦੀ, ਕਿਉਂਕਿ ਫੂਡ ਸਿਕਿਉਰਿਟੀ ਨੂੰ ਖਤਰਾ ਹੈ। WTO ਦੀਆਂ ਪ੍ਰੋਵੀਜ਼ਨਸ ਤੇ ਹੋਣ ਦੇ ਬਾਵਜੂਦ ਵੀਟ ਤੇ ਝੋਨੇ ਦੀ ਜਿਹੜੀ ਐਕਸਪੋਰਟ ਤੇ ਕੇਂਦਰ ਸਰਕਾਰ ਨੇ ਬੈਨ ਲਾਇਆ। ਕੇਂਦਰ ਸਰਕਾਰ ਅਫੋਰਡ ਹੀ ਨਹੀਂ ਕਰ ਸਕਦੀ। ਸੈਂਟਰਲ ਪੂਲ ਦੇ 45% ਤੇ 35% ਜਿਹੜਾ ਪੰਜਾਬ ਦੇ ਰਿਹਾ। ਤੁਹਾਡਾ ਵੈਲਿਡ ਪੁਆਇੰਟ ਹੈ ਸਰ, ਮੈਂ ਇਸ ਦੇ ਉੱਤੇ ਆਵਾਂਗਾ, ਪਰ ਪਹਿਲਾਂ ਮੈਂ ਉਮੀਦ ਕਰਦਾ ਕਿ ਮਨਜੀਤ ਜੀ ਦੀ ਆਵਾਜ਼ ਸਾਡੇ ਤੱਕ ਕਲੀਅਰ ਪਹੁੰਚੇ। ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਪੱਖ ਰੱਖਿਆ ਜਾ ਸਕੇ। ਮਨਜੀਤ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਮਨਜੀਤ ਜੀ ਆਵਾਜ਼ ਆ ਰਹੀ ਹੈ ਮੇਰੀ? ਤੁਹਾਡੀ ਆਵਾਜ਼ ਆ ਰਹੀ ਹੈ ਸਰ। ਗੌਰਵ ਜੀ ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਸਰ। ਗੌਰਵ ਜੀ ਬੇਨਤੀ ਇਹ ਹੈ, ਬੇਨਤੀ ਇਹ ਹੈ ਭਈ ਇਹ ਜਿਹੜੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰ ਹੈ ਪੰਜਾਬ ਨੂੰ ਬਦਨਾਮ ਕਰਦੀ ਪਈ ਨਾ, ਉਹ ਬਿਲਕੁਲ ਘਟੀਆ ਲੱਗਣੀ। ਬਹੁਤ ਸਾਰੀ ਪ੍ਰੋਸੀਡਰ ਨਾਲ
ਬਹੁਤ ਸਾਰੇ ਜਿਹੜੇ ਕੇਸ ਨੇ। ਪਰ ਮੈਂ ਬੇਨਤੀ ਕਰਾਂ, ਜਿਹੜੀ ਕੇਂਦਰ ਦੀ ਸਰਕਾਰ ਹੈ, ਇਹਨਾਂ ਨੇ ਬਾਰ-ਬਾਰ ਪੰਜਾਬ ਨੂੰ ਬਦਨਾਮ ਕਰਨ ਦੀ ਆਣੀ ਹੋਈ ਹੈ ਕਿ ਹਰਿਆਣੇ ਬਾਰੇ ਗੱਲ ਨਹੀਂ ਕਰਨਗੇ, ਇਹ ਪੰਜਾਬ ਬਾਰੇ ਗੱਲ ਕਰਨਗੇ ਜਦੋਂ ਵੀ ਕਰਨਗੇ। ਸੋ ਇਹ ਬਿਲਕੁਲ ਕੇਵਲ ਪੰਜਾਬ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਇਹ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਚੱਲ ਰਿਹਾ ਔਰ ਇਹ ਕਰ ਰਿਹਾ। ਅਸੀਂ ਵੀ ਕਿਸਾਨਾਂ ਨੂੰ ਕਹਿ ਰਹੇ ਹਾਂ, ਜਿੱਥੇ ਸੁਪਰ ਸੀਡਰ ਲੈ ਲੈਣੇ ਉੱਥੇ ਲੋੜ ਨਹੀਂ ਹੈ ਸਾਨੂੰ ਅੱਗ ਲਾਉਣ ਦੀ। ਬਹੁਤ ਜਗ੍ਹਾ ਇਹਦੀਆਂ ਗੱਠਾਂ ਬੰਨ ਰਹੇ ਆ, ਗੱਠਾਂ ਬੰਨ ਕੇ ਪਰਾਲੀ ਨੂੰ ਸਾਂਭ ਸੰਭਾਲ ਕਰ ਰਹੇ ਆ। ਬਹੁਤ ਜਗ੍ਹਾ ਜਿਹੜੀ ਇਹਨੂੰ ਇਕੱਠੀ ਕਰਕੇ ਸਾਡੇ ਫਾਰਮਰ ਜਿਹੜੇ ਆ, ਕਿਉਂਕਿ ਮੈਂ ਦੁਆਬੇ ਦੇ ਏਰੀਏ ਤੋਂ ਸਾਨੂੰ ਲੱਗਦਾ, ਉਹਨੂੰ ਟਿੱਲਰਾਂ ਨਾਲ ਸਾਈਡ ਤੇ ਖਿੱਚ ਕੇ ਫਿਰ ਉਹਨੂੰ ਖੇਤ ਪਾ ਕੇ ਉਹਨੂੰ ਅੱਗ ਨਹੀਂ ਲਾਈ, ਢੇਰੀਆਂ ਲਾਈਆਂ ਤੁਹਾਨੂੰ ਵਿਖਾ ਸਕਦੇ ਆ। ਪਰ ਪੰਜਾਬ ਨੂੰ ਬਦਨਾਮ ਕਰਨਾ ਇਹ ਆਰਐਸਐਸ ਦੀ ਖੇਡ ਹੈ। ਸੋਈ ਸਾਹਿਬ ਨੇ ਕਹਿਣਾ ਵੀ ਆਰਐਸਐਸ ਇਹ ਕੰਮ ਕਰਦੀ ਹੈ ਫੀਲਡ ਜਾ ਕੇ। ਆਰਐਸਐਸ ਨੇ ਪੰਜਾਬ ਨੂੰ ਬਦਨਾਮ ਕਰਨਾ ਇਹਨੀ ਹਰਿਆਣਾ ਦੀ ਗੱਲ ਨਹੀਂ ਕਰ ਰਹੀ। ਜਿੰਨੀ ਤੁਹਾਡੀ ਗੱਲ ਸਮਝ ਪਾਇਆ ਮਨਜੀਤ ਜੀ, ਆਵਾਜ਼ 'ਚ ਹਜੇ ਵੀ ਥੋੜੀ ਤੁਹਾਡੀ ਜਿਹੜੀ ਆਵਾਜ਼ ਕਲੀਅਰ ਨਹੀਂ ਆ ਰਹੀ, ਪਰ ਮੈਂ ਜਿੰਨੀ ਸਮਝ ਪਾਇਆ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਜ਼ਿਆਦਾ ਅੱਗ ਨਹੀਂ ਲਗਾਈ ਜਾ ਰਹੀ ਪਰਾਲੀ ਨੂੰ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਅੰਕੜੇ ਕੁਝ ਵੀ ਹੋਣ ਪਰ ਜ਼ਿਆਦਾ ਮਾਮਲੇ ਨਹੀਂ ਨੇ। ਲੱਗ ਰਿਹਾ ਕਿ ਫਿਰ ਟੈਕਨੀਕਲ ਕੋਈ ਦਿੱਕਤ ਹੈ। ਜੇ ਅਸੀਂ ਫੋਨ ਲਾਈਨ ਤੇ ਜੋੜ ਸਕੀਏ ਆਵਾਜ਼ ਕਲੀਅਰ ਆਏਗੀ ਘੱਟੋ ਘੱਟ। ਸੋਈ ਸਾਹਿਬ ਤੁਸੀਂ ਰਿਐਕਟ ਕਰ ਦਿਓ। ਇਲਜ਼ਾਮ ਲਗਾ ਰਹੇ ਨੇ ਦੋ ਤਰੀਕੇ ਨਾਲ। ਡਾਕਟਰ ਭੰਗੂ ਕਹਿ ਰਹੇ ਨੇ ਕਿ ਡਾਈਵਰਸਿਫਿਕੇਸ਼ਨ ਦੀ ਜ਼ਰੂਰਤ ਹੈ। ਸੈਂਟਰ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਖੇਤੀ ਵਿਭਿੰਨਤਾ ਆਵੇ, ਕਿ ਕਣਕ ਝੋਨੇ ਦੇ ਗੇੜ ਦੇ ਵਿੱਚੋਂ ਕਿਸਾਨਾਂ ਨੂੰ ਕੱਢਿਆ ਜਾਵੇ। ਤੇ ਦੂਜਾ ਪੁਆਇੰਟ, ਕਿਸਾਨ ਕਹਿ ਰਹੇ ਨੇ ਕਿ ਤੁਸੀਂ ਬਦਨਾਮ ਕਰਨ ਦੀ, ਸੈਂਟਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਨੂੰ ਪਰਾਲੀ ਵਾਲੇ ਮੁੱਦੇ ਉੱਤੇ। ਗੌਰਵ ਜੀ, ਪਹਿਲਾਂ ਮੈਂ ਤੁਹਾਡੇ ਦੂਜੇ ਸਵਾਲ ਦਾ ਜਵਾਬ ਦੇ ਦਿੰਦਾ। ਕਹਿੰਦੇ ਜੀ ਪੰਜਾਬ ਨੂੰ ਕੇਂਦਰ ਬਦਨਾਮ ਕਰ ਰਿਹਾ। ਪੰਜਾਬ ਨੂੰ ਪਿਛਲੇ ਵਾਰੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਕੇਜਰੀਵਾਲ ਸਾਹਿਬ ਆਊਟ ਆਫ ਦੀ ਰੂਫ ਜਾ ਕੇ ਚੀਕਾਂ ਮਾਰ ਕੇ ਕਹਿ ਰਹੇ ਸੀਗੇ ਜੀ ਪੰਜਾਬ ਤੋਂ ਸਾਨੂੰ ਪੋਲੂਸ਼ਨ ਆਉਂਦਾ ਹੈ ਖੇਤੀ ਦਾ। ਤੁਹਾਨੂੰ ਯਾਦ ਹੋਣਾ, ਤੁਸੀਂ ਕਈ ਪ੍ਰੋਗਰਾਮ ਕੀਤੇ। ਉਦੋਂ ਇਹਨਾਂ ਨੇ ਸੁਪਰੀਮ ਕੋਰਟ ਤੇ ਜਾ ਕੇ ਹਲਫਨਾਮਾ ਵੀ ਦਿੱਤਾ ਕਿ 1 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਜੁਰਮਾਨਾ ਲਾਓ ਜਿਹੜਾ ਪੋਲੂਸ਼ਨ ਕ੍ਰੀਏਟ ਕਰਦੇ ਨੇ ਜਾਂ ਜਿਹੜਾ ਇਹਨੂੰ ਅੱਗ ਲਾਉਂਦੇ ਨੇ ਪਰਾਲੀ ਨੂੰ। ਆਹ ਕਿੱਦਾਂ ਦੀ ਗੱਲਾਂ ਕਰਦੇ ਨੇ। ਮੈਨੂੰ ਤਾਂ ਲੱਗਦਾ ਮਨਜੀਤ ਰਾਏ ਜੀ ਜਿਹੜੇ ਨੇ ਨਾ ਆਪ ਪਾਰਟੀ ਦੇ ਸਪੋਕਸ ਪਰਸਨ ਬਾਰੇ ਗੱਲ ਕਰਨੀ ਸ਼ੁਰੂ ਕਰਤੀ। ਦੂਜੇ ਪਾਸੇ ਮੈਂ ਡਾਕਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਆਮ ਪਾਰਟੀ ਦੀ ਸਰਕਾਰ ਆਈ ਸੀ, ਇਹਨਾਂ ਨੇ ਕਿਹਾ ਸੀਗਾ ਅਸੀਂ 5 ਤੋਂ ਲੈ ਕੇ 10 ਫਸਲਾਂ ਤੇ ਆਪ ਐਮਐਸਪੀ ਦਵਾਂਗੇ। ਜਿਹੜਾ ਐਗਰੀਕਲਚਰ ਹੈ ਡਾਕਟਰ ਸਾਹਿਬ, ਇਹ ਸਟੇਟ ਸਬਜੈਕਟ। ਜਦੋਂ ਤੋਂ ਤੁਹਾਡੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ, ਤੇ ਆਮ ਆਦਮੀ ਪਾਰਟੀ ਨੇ ਦੇਖਣਾ ਹੈਗਾ ਕਿ ਪੰਜਾਬ ਦੇ ਕਿਸਾਨਾਂ ਦਾ ਹਿੱਤ ਕਿੱਥੇ ਹੈ। ਹਿੰਦੁਸਤਾਨ ਦੀ ਸਰਕਾਰ ਸਬਸਿਡੀ ਦੇ ਸਕਦੀ ਹੈ, ਪੈਸਾ ਦੇ ਸਕਦੀ ਹੈ। ਹਿੰਦੁਸਤਾਨ ਦੀ ਸਰਕਾਰ ਫਸਲ ਦਾ ਇੱਕ ਦਾਣਾ ਜਿਹੜਾ ਅਸੀਂ ਪ੍ਰੋਮਿਸ ਕੀਤਾ ਉਹਨੂੰ ਚੱਕ ਸਕਦੀ ਹੈ। ਜੇ ਐਮਐਸਪੀ 150 ਗੁਣਾ ਵਧਾਤਾ ਤੇ ਉਹ ਐਮਐਸਪੀ ਨੂੰ ਵਧਾ ਸਕਦੀ ਹੈ। ਲੇਕਿਨ ਪੰਜਾਬ ਦੇ ਫਾਰਮਰ ਦਾ ਹਿੱਤ ਜਿਹੜਾ ਵਾ ਪ੍ਰਾਇਮਰੀਲੀ ਜਿਹੜੀ ਪੰਜਾਬ ਦੀ ਸਰਕਾਰ ਉਹਨੇ ਦੇਖਣਾ ਹੈਗਾ। ਇਹਨਾਂ ਨੂੰ ਜੇ ਆਪਣੇ ਹਥਿਆਰ ਸੁੱਟ ਦਿੰਦੇ ਨੇ, ਸਰੈਂਡਰ ਕਰ ਦਿੰਦੇ ਨੇ ਕਿ ਹਾਂਜੀ ਅਸੀਂ ਐਗਰੀਕਲਚਰ ਜਿਹੜਾ ਮਹਿਕਮਾ ਹੈਗਾ ਅਸੀਂ ਸਰੈਂਡਰ ਕਰਤਾ, ਕੇਂਦਰ ਆਪਣੀ ਐਗਰੀਕਲਚਰ ਪੰਜਾਬ ਦੀ ਸੰਭਾਲੇ, then definitely we will come with the planning। ਅਸੀਂ ਪੰਜਾਬ ਸਰਕਾਰ ਜ਼ਿੰਮੇਵਾਰੀ ਤਾਂ ਤੁਹਾਡੀ ਵੀ, ਸੈਂਟਰ ਦੀ ਸਰਕਾਰ ਦੀ ਜ਼ਿੰਮੇਵਾਰੀ ਵੀ ਤਾਂ ਹੈ ਸਰ। ਐਸੀ ਗੱਲ ਤਾਂ ਨਹੀਂ ਹੈ ਕਿ ਤੁਸੀਂ ਕਹੋ ਕਿ ਸਿਰਫ ਸਟੇਟ ਦੀ। ਮੈਂ ਇਹਦੇ ਬਾਰੇ ਕਹਿਣਾ ਚਾਹੂੰਗਾ, ਤੁਹਾਡਾ ਪੁਆਇੰਟ ਵੈਲਿਡ ਹੈ, ਐਸੀ ਗੱਲ ਨਹੀਂ। ਚਲੋ ਸੰਗੇੜਾ ਸਾਹਿਬ ਦਾ ਜਵਾਬ ਲੈ ਲਓ, ਤੁਸੀਂ ਨਾਲ ਦੀ ਨਾਲ ਜਵਾਬ ਦਿਓ, ਕੋਈ ਦਿੱਕਤ ਨਹੀਂ। ਜਿਹੜਾ ਤੁਸੀਂ ਰੁਪਏ ਦਾ ਐਮਐਸਪੀ ਦੇ ਰਹੇ ਪੰਜਾਬ ਨੂੰ, ਆ ਪੰਜਾਬ ਦੇ ਕਿਸਾਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਹੀ ਦੇ ਰਹੀ ਹੈ। ਤਕਰੀਬਨ 10 ਲੱਖ ਨਹੀਂ, ਉਹ ਵੀ ਵੈਲਿਡ ਪੁਆਇੰਟ ਹੈ, ਉਸ ਦੇ ਵਿੱਚ ਕੋਈ ਦਿੱਕਤ ਨਹੀਂ ਕਿ ਐਮਐਸਪੀ ਦਿੱਤੀ ਜਾ ਰਹੀ ਹੈ ਝੋਨੇ ਦੇ ਉੱਤੇ, ਕਣਕ ਦੇ ਉੱਤੇ, ਪਰ ਫਿਰ ਵੀ ਬਿਲਕੁਲ ਸਰ, ਮੈਂ ਤਾਂ ਉਹੀ ਪੁਆਇੰਟ ਕਹਿ ਰਿਹਾ ਨਾ ਕਿ ਵੈਲਿਡ ਪੁਆਇੰਟ ਹੈ ਤੁਹਾਡਾ ਕਿ ਐਮਐਸਪੀ ਦੇ ਉੱਤੇ ਕਣਕ ਜਾਂ ਝੋਨਾ ਖਰੀਦਿਆ ਜਾ ਰਿਹਾ ਹੈ। ਪਰ ਦੂਜਾ ਪੁਆਇੰਟ ਇਹ ਵੀ ਹੈ ਕਿ ਜੇ ਕਿਸਾਨਾਂ ਨੂੰ ਦਿੱਕਤ ਹੈ ਤਾਂ ਫਿਰ ਸੈਂਟਰ ਦੀ ਸਰਕਾਰ ਵੀ ਉਨੀ ਹੀ ਜਵਾਬਦੇਹ ਹੈ ਜਿੰਨੀ ਪੰਜਾਬ ਸਰਕਾਰ ਹੈ। ਤੁਸੀਂ ਆਪਣੀ ਗੱਲ ਰੱਖੀ ਹੈ। ਸੰਘੇੜਾ ਸਾਹਿਬ ਨੂੰ ਇੱਕ ਵਾਰੀ ਗੱਲ ਕਰ ਲੈਣ ਦਿਓ, ਤੁਸੀਂ ਫਿਰ ਉਸ ਦੇ ਉੱਪਰ ਰਿਐਕਸ਼ਨ ਜ਼ਰੂਰ ਦੇ ਦਿਓ। ਸੰਘੇੜਾ ਸਾਹਿਬ। ਗੌਰਵ ਜੀ, ਇਹ ਪੰਜਾਬ ਸਟੇਟ ਦੀ ਬਦਕਿਸਮਤੀ ਹੈ ਕਿ ਕੇਂਦਰ ਅਹਿਸਾਨਮੰਦ ਹੋਣ ਦੀ ਬਜਾਏ ਪੰਜਾਬ ਦਾ ਇਹ ਆਪ ਦੱਸ ਰਿਹਾ ਅਸੀਂ ਮਿਹਰਬਾਨੀ ਕਰ ਰਹੇ ਹਾਂ। ਅੱਜ ਤੋਂ 10 ਸਾਲ ਪਹਿਲਾਂ ਇਹ ਨਹੀਂ ਸੀ ਹੁੰਦਾ, 10-15 ਸਾਲ ਪਹਿਲਾਂ ਇਹ ਨਹੀਂ ਸੀ। ਕੇਂਦਰ ਦੀ ਸਰਕਾਰ ਜਿਹੜੀ ਆ ਉਹ ਥੈਂਕਫੁਲ ਸੀਗੀ। ਇਹ ਜਿਹੜਾ ਕਿਸਾਨ, ਮੈਂ ਪਹਿਲੇ ਵੀ ਦੱਸ ਕਰ ਰਿਹਾ, ਪੈਡੀ ਜੇ ਪੰਜਾਬ ਦਾ ਕਿਸਾਨ ਪੈਦਾ ਕਰਕੇ ਦਿੰਦਾ ਹੈ, ਇਹਦੀ ਡੋਮੈਸਟਿਕ ਕੰਜ਼ੰਪਸ਼ਨ ਤਾਂ ਪੰਜਾਬ 'ਚ ਹੈ ਹੀ ਨਹੀਂ। ਕਣਕ ਦੀ ਤਾਂ ਡੋਮੈਸਟਿਕ ਕੰਜ਼ੰਪਸ਼ਨ ਵੀ ਆ। ਕੋਈ ਸਾਹਿਬ ਵਿੱਚ ਨਾ ਬੋਲੋ। ਇੱਕ ਫੂਡ ਸਿਕਿਉਰਿਟੀ ਸਿਸਟਮ ਹੈ, ਇੱਕ ਪੀਡੀਐਸ ਸਿਸਟਮ ਹੈ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ। 34 ਕਰੋੜ ਤੋਂ ਵੱਧ ਪਬਲਿਕ ਜਿਹੜੀ ਹੈ ਗਰੀਬੀ ਦੀ ਰੇਖਾ ਤੋਂ ਥੱਲੇ ਰਹਿੰਦੀ ਹੈ। ਸੋਈ ਸਾਹਿਬ, ਉਹਨਾਂ ਨੂੰ ਅਨਾਜ ਕੇਂਦਰ ਸਰਕਾਰ ਦਿੰਦਾ ਆ। ਕੇਂਦਰ ਸਰਕਾਰ ਨੇ ਤਾਂ ਪੈਡੀ ਬਿਜਾਉਣੀ ਸ਼ੁਰੂ ਕੀਤੀ ਸੀ, ਉਹਦੇ ਵਾਸਤੇ ਹੀ ਮਿਨੀਮਮ ਸਪੋਰਟ ਪ੍ਰਾਈਸ ਦਿੱਤੀ ਜਾਂਦੀ ਹੈ।
ਡਾਕਟਰ ਭੰਗੂ ਸਾਹਿਬ ਮੇਰੇ ਨਾਲ ਸਹਿਮਤ ਹੋਣਗੇ, ਜੇ ਐਮਐਸਪੀ ਨਾ ਹੋਵੇ, ਐਮਐਸਪੀ ਨਾਲੇ ਉਹ ਹੁੰਦੀ ਆ ਜਿਹੜੀ ਘੱਟੋ ਘੱਟ ਖੇਤੀ ਨੂੰ ਸਰਵਾਈਵ ਕਰਨ ਲਈ ਜ਼ਰੂਰੀ ਚਾਹੀਦੀ ਆ। ਤੁਸੀਂ ਮਿਨੀਮਮ ਪ੍ਰਾਈਸ ਦਿੰਦੇ ਹੋ ਸਿਰਫ ਪੂਰੇ ਇੰਡੀਆ ਨੂੰ ਭੁੱਖਮਰੀ ਤੋਂ ਬਚਾਉਣ ਲਈ। ਤੁਹਾਡੇ ਕੋਲ ਹੀ ਫੰਡ ਨੇ ਸਾਰੇ, ਤੁਹਾਡੇ ਕੋਲ ਸਬਸਿਡੀ ਦਾ ਭੰਡਾਰ ਹੈ, ਤੇ ਤੁਸੀਂ ਪੰਜਾਬ ਨੂੰ ਕਹਿ ਰਹੇ ਜੇ ਅਸੀਂ ਕਿਹਾ ਸੀ ਨਾ ਐਮਐਸਪੀ ਦੇਵਾਂਗੇ, ਅਸੀਂ ਮੂੰਗੀ ਨਾਲ ਸ਼ੁਰੂ ਕੀਤੀ ਆ, ਮੱਕੀ ਨਾਲ ਸ਼ੁਰੂ ਕੀਤੀ ਆ, ਤੁਸੀਂ ਪਹਿਲਾਂ ਸਰਕਾਰ ਦੱਸ ਦਿਓ ਕਹਿੰਦੇ ਅੱਜ ਤੱਕ ਅਸੀਂ ਦੇਵਾਂਗੇ, ਅਸੀਂ ਦੇਵਾਂਗੇ। ਚਲੋ ਥੋੜਾ ਇੰਤਜ਼ਾਰ ਕਰੋ ਪਲੀਜ਼। ਸੋਈ ਸਾਹਿਬ ਔਰ ਸੰਘੇੜਾ ਜੀ ਤੁਸੀਂ ਵੀ, ਮਨਜੀਤ ਸਿੰਘ ਰਾਏ ਜੀ ਸਾਡੇ ਨਾਲ ਜੁੜੇ ਨੇ, ਅਸੀਂ ਹੁਣ ਫੋਨ ਲਾਈਨ ਤੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਪਹਿਲਾਂ ਸਕਾਈਪ ਦੇ ਜ਼ਰੀਏ ਜੁੜੇ ਸੀ ਇਸ ਕਰਕੇ ਗੱਲਬਾਤ ਨਹੀਂ ਹੋ ਪਾਈ ਸੀ। ਮਨਜੀਤ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਬਹੁਤ ਕਲੀਅਰ ਪਹਿਲਾਂ ਨਹੀਂ ਆਈ ਸੀ, ਹਾਲਾਂਕਿ ਜਿਹੜੇ ਬੀਜੇਪੀ ਦੇ ਆਗੂ ਬੋਲ ਰਹੇ ਨੇ ਉਹਨਾਂ ਦੀ ਆਵਾਜ਼ ਉਮੀਦ ਹੈ ਕਿ ਤੁਹਾਡੇ ਤੱਕ ਗਈ ਹੋਵੇਗੀ। ਗੌਰਵ ਜੀ ਮੈਂ ਬੇਨਤੀ ਕਰਾਂ, ਇਹਨਾਂ ਨੇ ਕਿਹਾ ਸੋਈ ਸਾਹਿਬ ਨੇ ਵੀ ਅਸੀਂ, ਇਹਨਾਂ ਨੇ ਸੰਘੇੜਾ ਸਾਹਿਬ ਦੀ ਵੈਸੇ ਗੱਲ ਦਾ ਜਵਾਬ ਦਿੱਤਾ ਸੀ, ਪਰ ਇਹਨਾਂ ਨੇ ਕਿਹਾ ਅਸੀਂ ਆਰਐਸਐਸ ਫੀਲਡ ਤੇ ਕੰਮ ਕਰ ਰਹੀ ਹਾਂ ਜੀ। ਮੈਂ ਦੱਸਣਾ ਚਾਹੁੰਦਾ ਵੀ ਆਰਐਸਐਸ ਨੇ ਤੇ ਕੰਮ ਪਕੜਿਆ ਹੈ ਕਿ ਪੰਜਾਬ ਨੂੰ ਬਦਨਾਮ ਕਰਨਾ ਹੈ। ਹਰਿਆਣੇ ਚ ਅੱਗ ਨਹੀਂ ਲੱਗਦੀ, ਪੂਰੇ ਹਰਿਆਣੇ ਚ ਅੱਗਾਂ ਲੱਗਦੀਆਂ, ਪਰ ਪੰਜਾਬ ਚ ਅੱਗਾਂ ਲੱਗਣੀਆਂ ਪਹਿਲਾਂ ਨੂੰ ਬਹੁਤ ਘਟੀਆਂ। ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੁਪਰ ਸੀਡਰ ਲੈ ਲਏ, ਜਿਨ੍ਹਾਂ ਨੇ ਕਣਕ ਬੀਜਣੀ ਸ਼ੁਰੂ ਕਰਤੀ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਸਾਡੇ ਦੁਆਬੇ ਦੇ ਏਰੀਏ 'ਚ ਬਹੁਤ ਸਾਰੇ ਤੁਹਾਨੂੰ ਵਿਖਾ ਸਕਦੇ ਆ ਕਿ ਪਰਾਲੀ ਖਿੱਚ ਕੇ ਸਾਈਡ ਤੇ ਢੇਰ ਲਾਤੇ ਜਿਨ੍ਹਾਂ ਨੇ ਆਲੂ ਲਾਣੇ ਸੀ। ਅੱਗਾਂ ਬਹੁਤ ਘਟੀਆਂ ਨੇ। ਬਿਲਕੁਲ ਸੰਘੇੜਾ ਸਾਹਿਬ ਦੀ ਜਿਹੜੀ ਗੱਲ ਉਹ ਸਹੀ ਹੈ ਕਿ ਆਈਕਿਊ ਜਿਹੜੀ ਕੁਆਲਿਟੀ ਹੈ, 에ਅਰ ਕੁਆਲਿਟੀ ਜਿਹੜੀ ਆ ਇੰਡੈਕਸ ਅੱਛੀ ਘਟਿਆ ਹੈ, ਬਹੁਤ ਫਰਕ ਆਇਆ। ਔਰ ਇਹ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ, ਜਿਹੜੀ ਆਰਐਸਐਸ ਹੈ, ਬੀਜੇਪੀ ਦੀ ਸਰਕਾਰ, ਇਹਨੀ ਬਦਨਾਮ ਕਰਨਾ ਪੰਜਾਬ ਨੂੰ ਕਿ ਪੰਜਾਬ ਦੀ ਅੱਗਾਂ ਨਹੀਂ। ਪਰ ਮਨਜੀਤ ਜੀ ਤੁਸੀਂ ਦੁਆਬੇ ਦਾ ਜ਼ਿਕਰ ਕਰ ਰਹੇ ਹੋ, ਜਿਹੜਾ ਅੰਕੜਾ ਸਾਹਮਣੇ ਆਇਆ ਹੈ, ਅੰਕੜੇ ਦੇ ਮੁਤਾਬਿਕ ਦੁਆਬੇ ਦਾ ਵੀ ਇੱਕ ਜ਼ਿਲ੍ਹਾ ਹੈ ਕਪੂਰਥਲਾ ਜੋ ਹੌਟਸਪੌਟ ਹੈ, ਜਿੱਥੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਦੇਖੋ ਮੈਂ ਗੌਰਵ ਜੀ ਇੱਕ ਬੇਨਤੀ ਕਰਾਂ, ਸਾਡੇ ਏਰੀਏ ਦੇ ਵਿੱਚ ਮਜਬੂਰੀ ਹੈ ਕਿ ਅਸੀਂ ਇਹ ਕਹਿੰਦੇ ਫਸਲੀ ਵਿਭਿੰਨਤਾ ਚਾਹੋ, ਅਸੀਂ ਕਣਕ ਨੂੰ ਕੱਟ ਕੇ ਇੱਧਰ ਆਲੂ ਵੱਲ ਜਾਣਾ ਝੋਨੇ ਤੋਂ। ਹੁਣ ਜਿਹੜਾ ਝੋਨਾ ਵੱਢ ਕੇ ਆਲੂ ਲੱਗਣਾ, ਸਾਡੀ ਮਜਬੂਰੀ ਹੈ ਕਿ ਉੱਥੋਂ ਪਰਾਲੀ ਨੂੰ ਹਟਾਉਣਾ ਪੈਣਾ, ਵਿੱਚ ਨਹੀਂ ਲੜਾਈ ਜਾ ਸਕਦੀ। ਜਾਂ ਤਾਂ ਉਹਨੂੰ ਅੱਗ ਲਾਈਏ ਜਾਂ ਉਹਦੀਆਂ ਗੱਠਾਂ ਬਣੀਏ, ਜਾਂ ਤਾਂ ਸਰਕਾਰ ਗੱਠਾਂ ਬਣਨ ਦੇ। ਇਹਨਾਂ ਤੋਂ 2500 ਰੁਪਇਆ ਮੰਗਿਆ ਸੀ, ਅਸੀਂ ਤਾਂ 200 ਰੁਪਇਆ ਪੈਸੇ ਮੰਗਦੇ ਸੀ, ਇਹਨਾਂ ਨੂੰ ਕਿਹਾ ਵੀ 200 ਰੁਪਇਆ ਪਰ ਕੁਇੰਟਲ ਦਿਓ, ਅਸੀਂ ਪਰਾਲੀ ਸੰਭਾਲਾਂਗੇ। ਹੁਣ ਵੀ ਬਹੁਤ ਸਾਰਾ ਕਟਰ ਫੇਰ ਕੇ ਗੁੱਜਰਾਂ ਨੇ ਚੱਕੀ ਹੈ, ਕੁਝ ਗੱਠਾਂ ਬਣਾਈਆਂ ਉਹਨਾਂ ਨੂੰ ਕੋਲੋਂ ਪੈਸੇ ਦੇ ਕੇ ਫਾਰਮਰ ਨੇ। ਪਰ ਜੇ ਸਰਕਾਰ ਸਾਡੀ ਹੈਲਪ ਕਰੇ, ਜਿਹੜੀ ਇਹਨਾਂ ਨੇ ਕਿਹਾ ਸੀ ਪੰਜਾਬ ਸਰਕਾਰ ਨੇ 2500 ਰੁਪਇਆ, ਉਹ ਬਹੁਤ ਘੱਟ ਹੈ, ਪਰ ਫਿਰ ਵੀ ਚਲੋ 2500 ਵੀ ਦਿੰਦੇ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਗੱਠਾਂ ਬਣ ਸਕਦਾ ਸਨ। ਕਿਉਂਕਿ ਗੱਠਾਂ ਬੰਨਣ ਵਾਲੀ ਜਿਹੜੀ ਮਸ਼ੀਨ, ਜਿਹੜਾ ਮਹਿੰਗੀ ਮਸ਼ੀਨ ਲੈ ਕੇ ਆਉਂਦਾ ਸੱਜਣ, ਉਹ ਵੀ 1500 ਰੁਪਇਆ ਪਰ ਏਕੜ ਮੰਗਦੇ ਆ ਤੁਹਾਡੀਆਂ ਗੱਠਾਂ ਬੰਨਣੀਆਂ ਤੇ। ਫਾਰਮਰ ਦੇ ਕੋਲ ਪੈਸਾ ਹੈ ਨਹੀਂ, ਤੇ ਜੇਕਰ ਇਹ ਚਾਹੁੰਦੇ ਨੇ ਕਿ ਬਿਲਕੁਲ ਇਹਦਾ ਕੋਈ ਹੱਲ ਪੱਕਾ ਕਰਨਾ, ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ 5000 ਘੱਟ ਤੋਂ ਘੱਟ ਬੰਦਾ 6-7000 5000 ਪ੍ਰਤੀ ਏਕੜ ਤੁਸੀਂ ਸਾਨੂੰ ਦਿਓ, ਨਹੀਂ ਤਾਂ 200 ਰੁਪਇਆ ਪਰ ਕੁਇੰਟਲ ਬੋਨਸ ਦਿਓ। ਤੇ ਇਹ ਦੇ ਸਕਦੀ ਸਰਕਾਰ, ਵੱਡੀ ਗੱਲ ਨਹੀਂ ਭਾਰਤ ਸਰਕਾਰ ਲਈ, ਪਰ ਮੈਂ ਕਹਾਂ ਵੱਡੀ ਗੱਲ ਨਹੀਂ ਪੰਜਾਬ ਸਰਕਾਰ ਲਈ, ਪਰ ਇਹ ਸਰਕਾਰਾਂ ਦੀ ਮਨਸ਼ਾ ਹੋਵੇ। ਪਰ ਸਭ ਤੋਂ ਜ਼ਿਆਦਾ ਜਿਹੜੀ ਮੈਂ ਕਹਾਂਗਾ, ਜਿਹੜੀ ਕੇਂਦਰ ਸਰਕਾਰ ਹੈ, ਜਿਹੜੇ ਹੱਥ ਖੜੇ ਕਰਤੇ ਬਿਲਕੁਲ ਹੀ ਕਿ ਅਸੀਂ ਨਹੀਂ ਕੁਝ ਵੀ ਕਰ ਸਕਦੇ, ਤੇ ਫਿਰ ਪੋਲਿਊਸ਼ਨ ਦਾ ਰੌਲਾ ਕਿਉਂ ਪਾਉਂਦੇ ਆ? ਸਭ ਤੋਂ ਵੱਧ ਰੌਲਾ ਇਹ ਬੀਜੇਪੀ ਵਾਲੇ ਪਾ ਰਹੇ, ਇਸ ਲਈ ਕੇਂਦਰ ਸਰਕਾਰ ਪਾ ਰਹੀ ਆ, ਜਦਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡਾ ਜਿਹੜਾ ਇਹ ਜਿਹੜਾ ਹੈਗਾ ਆ, ਇਹਦੇ ਵਿੱਚ ਪੋਲਿਊਸ਼ਨ ਜਿਹੜਾ ਅੱਗੇ ਨਾਲੋਂ ਘਟਿਆ। ਮਨਜੀਤ ਜੀ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਕਿਉਂਕਿ ਸਿੰਘੂ ਬਾਰਡਰ ਤੇ ਬੜੀ ਨੇੜਤਾ ਹੋਈ ਹੋਵੇਗੀ ਤੁਹਾਡੀ ਹਰਿਆਣਾ ਦੇ ਕਿਸਾਨਾਂ ਦੇ ਨਾਲ, ਜਦੋਂ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ, ਬੀਜੇਪੀ ਦੇ ਆਗੂ ਦਾਅਵਾ ਕਰ ਰਹੇ ਨੇ ਕਿ ਹਰਿਆਣਾ ਦੀ ਸਰਕਾਰ ਪ੍ਰਤੀ ਏਕੜ 2500 ਰੁਪਏ ਕਿਸਾਨਾਂ ਨੂੰ ਦੇ ਰਹੀ ਹੈ ਝੋਨੇ ਦੇ ਲਈ, ਪਰਾਲੀ ਦੀ ਸਾਂਭ ਸੰਭਾਲ ਦੇ ਲਈ। ਹੈ ਤੁਹਾਡੀ ਨੌਲੇਜ ਦੇ ਵਿੱਚ ਅਜਿਹਾ ਕੁਝ? ਨਹੀਂ, ਮੇਰੇ ਮੈਂ ਗੌਰਵ ਜੀ ਮੈਂ ਝੂਠ ਨਹੀਂ ਮਾਰਾਂਗਾ, ਮੇਰੇ ਨੌਲੇਜ 'ਚ ਇਹ ਗੱਲ ਅੱਜ ਮੈਂ ਸੁਣਿਆ ਹੈਗਾ, ਸੋਈ ਸਾਹਿਬ ਨੂੰ ਬੋਲਦਿਆਂ ਮੈਂ ਪਤਾ ਕਰ ਲਾਂਗਾ, ਪਰ ਮੇਰੇ ਧਿਆਨ 'ਚ ਨਹੀਂ ਹਲੇ ਆਈ ਇਹ ਗੱਲ ਕਿ ਉੱਥੇ ਕੋਈ 2500 ਰੁਪਇਆ ਇਹਨਾਂ ਨੇ ਦਿੱਤਾ। ਚਲੋ ਮੈਂ ਹੁਣ ਜਵਾਬ ਲੈ ਲਵਾਂ ਸੋਈ ਸਾਹਿਬ ਤੋਂ, ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਵੀ ਆ ਰਿਹਾ, ਮੈਂ ਸੋਈ ਸਾਹਿਬ ਤੋਂ ਇੱਕ ਜਵਾਬ ਲੈ ਲਵਾਂ। ਸੋਈ ਸਾਹਿਬ ਰਿਐਕਸ਼ਨ ਤੁਸੀਂ ਦੇ ਦਿਓ। ਦੇਖੋ ਕਿਸਾਨ ਇਹ ਕਹਿ ਰਹੇ ਨੇ ਕਿ ਕੋਈ ਹੱਲ ਤਾਂ ਦਿਓ ਨਾ, 5000 ਮੰਗ ਰਹੇ ਨੇ, 200 ਰੁਪਏ ਪ੍ਰਤੀ ਕੁਇੰਟਲ ਮੰਗ ਰਹੇ ਨੇ, ਚਲੋ 7000 8000 ਹੋ ਸਕਦਾ ਝੋਨੇ ਦੀ ਫਸਲ ਦੇ ਉੱਪਰ, ਪਰ ਉਹ ਕਹਿ ਰਹੇ ਨੇ ਕਿ 2500 ਦੇ ਦਿਓ, 2500 ਦੇ ਦਿਓ, ਗੱਲ ਬਣ ਜੇ। ਪੰਜਾਬ ਸਰਕਾਰ ਸਕੀਮ ਲੈ ਕੇ ਪਹੁੰਚੀ ਕਿ ਵੰਡ ਲੈਂਦੇ ਆ, ਕਿ 1000 ਤੁਸੀਂ ਪਾ ਦਿਓ, 1500 ਤੁਸੀਂ ਪਾ ਦਿਓ, 500 ਅਸੀਂ ਪਾ ਦਿੰਦੇ ਆ ਤੇ ਗੱਲ ਬਣ ਜਾਏ। ਪਰ ਸੈਂਟਰ ਦੀ ਸਰਕਾਰ ਨੂੰ ਕੋਈ ਨਾ ਕੋਈ ਹੱਲ ਤਾਂ ਕਰਨ ਦੇ ਲਈ ਅੱਗੇ ਕਦਮ ਵਧਾਉਣਾ ਹੋਏਗਾ ਨਾ। ਗੌਰਵ ਜੀ, ਜਦੋਂ ਸੈਂਟਰ ਦੀ ਸਰਕਾਰ ਆਲਰੇਡੀ ਇੰਨਾ ਪੈਸਾ ਦੇ ਰਹੀ ਹੈ ਪੰਜਾਬ ਨੂੰ, ਤਕਰੀਬਨ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਸੀ ਕਿ 76,000 ਕਰੋੜ 76000 ਕਰੋੜ ਰੁਪਇਆ ਹਰ ਵਰੇ ਇਨ ਦਾ ਫਾਰਮ ਆਫ ਐਮਐਸਪੀ ਦਿੱਤਾ ਜਾ ਰਿਹਾ ਹੈ, ਤੇ ਉਹ ਪੰਜਾਬ ਹਿੰਦੁਸਤਾਨ ਦੀ ਸਰਕਾਰ ਹੀ ਦੇ ਰਹੀ ਹੈ, ਸਾਰੀ ਫਸਲ ਚੱਕ ਰਹੀ ਹੈ। ਉਸ ਤੋਂ ਇਲਾਵਾ
ਜਦੋਂ 2200 ਕਰੋੜ ਤੁਸੀਂ ਰੁਪਏ ਇਹ ਕਹਿ ਰਹੇ ਹੋ ਬਿਲਕੁਲ ਗਲਤ ਗੱਲ ਹੈ ਸੋਈ ਸਾਹਿਬ ਤੁਸੀਂ ਜਿਣਸ ਖਰੀਦ ਰਹੇ ਹੋ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਲਈ ਐਮਐਸਪੀ ਲਈ ਤੁਸੀਂ ਉਹ ਸਬਸਿਡੀ ਨਹੀਂ ਹੈਗੀ ਜਦੋਂ ਕਿਸਾਨਾਂ ਵਾਸਤੇ ਅਸੀਂ ਇੰਨਾ ਕੁਝ ਕਰ ਰਹੇ ਹਾਂ ਨਹੀਂ ਬਿਲਕੁਲ ਨਹੀਂ ਇਹ ਬਲਫ ਕਰ ਰਹੇ ਹੋ ਤੁਸੀਂ ਉਹ ਜਿਣਸ ਖਰੀਦ ਰਹੇ ਹੋ ਅੱਗੇ ਤੁਸੀਂ ਉਹਨੂੰ ਵੇਚਦੇ ਹੋ ਜਾਂ ਉਹਨੂੰ ਸਸਤਾ ਦਿੰਦੇ ਹੋ ਸਬਸਿਡੀ ਦਿੰਦੇ ਹੋ ਪੂਰੇ ਲੋਕਾਂ ਨੂੰ ਬਿਲਕੁਲ ਉਹ ਨਹੀਂ ਵਾਰੀ ਕੰਪਲੀਟ ਕਰ ਲੈਣ ਦਿਓ ਗੌਰਵ ਜੀ ਸੋਈ ਸਾਹਿਬ ਨਹੀਂ ਮੈਂ ਸਮਝਿਆ ਉਸ ਗੱਲ ਨੂੰ ਨਹੀਂ ਸੋਈ ਸਾਹਿਬ 76000 ਕਰੋੜ ਦੇ ਵਿੱਚ ਤੁਸੀਂ ਇਨਡਾਇਰੈਕਟਲੀ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਪੈਸਾ ਦੇ ਦਿੱਤਾ ਉਹ ਆਪਣੇ ਆਪ ਦੇਖਣ ਹੁਣ ਪਰਾਲੀ ਦਾ ਬਿਲਕੁਲ ਨਹੀਂ ਉਹ ਮਿਨੀਮਮ ਸਪੋਰਟ ਪ੍ਰਾਈਸ ਆ ਹਰ ਵਾਰ ਚਲੋ ਇੱਕ ਵਾਰੀ ਕੰਪਲੀਟ ਕਰ ਲੈਣ ਤੋਂ ਗੱਲ ਨਹੀਂ ਪਹੁੰਚ ਪਾਉਂਦੀ ਸਮਾਂ ਬਹੁਤ ਘੱਟ ਹੋ ਗਿਆ ਪਾ ਰਹੀ ਹੈ 10 ਲੱਖ ਕਿਸਾਨਾਂ ਦੇ ਖਾਤੇ ਜੀ ਇਹਨਾਂ ਨੂੰ ਯਾਰ ਕੁਝ ਤੇ ਬੰਦੇ ਨੂੰ ਬੋਲਣਾ ਚਾਹੀਦਾ ਹਿੰਦੁਸਤਾਨ ਦੀ ਸਰਕਾਰ ਕੀ ਅਸੀਂ ਕੀ ਕਰ ਰਹੇ ਹਾਂ ਅਸੀਂ ਪੈਨੇ ਵਾਅਦੇ ਕਰ ਕਰਕੇ 92 ਐਮਐਲਏ ਲੈ ਕੇ ਸਰਕਾਰ ਬਣਾਈ ਅਸੀਂ ਤੇ ਹੁਣ ਜਵਾਬ ਤੇ ਹੋਈਏ ਅਸੀਂ ਪਹਿਲਾਂ 6 ਮਹੀਨਿਆਂ ਦੇ ਵਿੱਚ ਹੀ ਹੱਥ ਖੜੇ ਕਰਤੇ ਅਸੀਂ 6 ਮਹੀਨਿਆਂ ਦੇ ਵਿੱਚ ਹੀ 12% ਅੱਗੇ ਵਧਾ ਲਈਆਂ ਅਸੀਂ 6 ਮਹੀਨਿਆਂ ਦੇ ਵਿੱਚ ਹੀ ਇੱਕ ਵਾਰ ਇਦਾਂ ਦੀ ਕਰਤੀ ਕਿ ਅੱਜ ਸਾਹ ਲੈਣਾ ਦੁਸ਼ਵਾਰ ਹੋਇਆ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਪੁੱਛੋ ਆਪਣੇ ਰਾਏ ਸਾਹਿਬ ਨੂੰ ਕਿ ਇਹਨਾਂ ਨੂੰ ਪਤਾ ਕਿ ਇੱਕ ਵਾਰ ਹੁੰਦੀ ਕੀ ਹੈ ਕਿੰਨੀ ਹੈ ਲੁਧਿਆਣੇ 'ਚ ਕਿੰਨੀ ਹੈ ਪੀਏਯੂ ਦਾ ਅੰਕੜਾ ਆ ਰਿਹਾ ਇੱਕ ਵਾਰ ਦਾ ਕੋਈ ਦਿੱਲੀ ਤੋਂ ਨਹੀਂ ਅੰਕੜਾ ਆ ਰਿਹਾ ਚਲੋ ਠੀਕ ਹੈ ਮੈਂ ਜਵਾਬ ਲੈ ਲਾਂ 76000 ਕਰੋੜ ਵਾਲੇ ਦੇ ਉੱਤੇ 76000 ਕਰੋੜ ਵਾਲੇ ਤੇ ਬੜਾ ਕੁਐਸਚਨ ਮਾਰਕ ਹੈ ਕਿਵੇਂ ਘੱਟ ਹੁੰਦਾ ਹੈ ਤੁਸੀਂ ਆਪ ਅੱਗਾਂ ਦਾ ਹੋਣ ਲੱਗਣੀਆਂ ਤੁਸੀਂ ਲੁਧਿਆਣੇ ਦੇ ਵਿੱਚ ਅੱਜ ਤੋਂ ਮਹੀਨਾ ਬਾਅਦ ਜਦੋਂ ਕਣਕਾਂ ਬੀਜੀਆਂ ਜਾਣੀਆਂ ਫੇਰ ਜਾ ਕੇ ਵੇਖ ਲਿਓ ਉਥੋਂ ਦੀ ਲੰਘਣ ਲੱਗਿਆ ਤੁਹਾਡੇ ਮੂੰਹ ਤੇ ਉਂਗਲ ਕਾਲੋਂ ਜੰਮ ਜਾਂਦੀ ਹੈ ਜਿਹੜੀ ਸਰਕਾਰ ਮੌਕੇ ਜਿਹੜੀ ਹੈ ਇੰਡਸਟਰੀ ਦਾ ਪੋਲੂਸ਼ਨ ਹੈ ਉਹਨੂੰ ਕਿਵੇਂ ਸਮਝਣਾ ਫਾਰਮਰ ਤੁਸੀਂ ਫਾਰਮਰ ਦੇ ਜਿਹੜੇ ਮੰਨੋਗੇ ਫਾਰਮਰ ਨੂੰ ਇਲਜ਼ਾਮ ਦਿਓਗੇ ਜਿਹੜੀ ਇੰਡਸਟਰੀ ਦਾ ਪੋਲੂਸ਼ਨ ਹੈ ਉਹਨੂੰ ਕਿਵੇਂ ਸਮਝਣਾ ਇੱਕ ਕਰਕੇ ਕਰਕੇ ਲੋਕਾਂ ਨੂੰ ਸਮਝ ਨਹੀਂ ਆਏਗੀ ਪਲੀਜ਼ ਪੋਲੂਸ਼ਨ ਦਾ ਮਨਜੀਤ ਜੀ ਸੋਈ ਸਾਹਿਬ ਦੋਵੇਂ ਪਲੀਜ਼ ਮੈਂ ਰਿਕੁਐਸਟ ਕਰ ਰਿਹਾ ਇੱਕ ਕਰਕੇ ਗੱਲ ਕਰ ਲਈ ਸਮਝ ਆਉਂਦੀ ਹੈ ਲੋਕਾਂ ਨੂੰ ਨਾ ਕਿ ਕੀ ਹੋ ਰਿਹਾ ਸੰਘੇੜਾ ਸਾਹਿਬ ਇੱਕ ਰਿਐਕਸ਼ਨ ਦੇ ਦਿਓ ਦੇਖੋ ਪੁਆਇੰਟ ਕੀ ਹੈ ਪੁਆਇੰਟ ਬੀਜੇਪੀ ਦੇ ਆਗੂ ਦਾ ਇਹ ਹੈ ਐਮਐਸਪੀ ਕਹਿੰਦੇ ਅਸੀਂ ਦੇ ਰਹੇ ਹਾਂ 76000 ਕਰੋੜ ਦਾ ਜ਼ਿਕਰ ਕਰ ਦਿੱਤਾ ਮਸ਼ੀਨਾਂ ਦੇ ਲਈ ਪੈਸਾ ਉੱਥੋਂ ਅਸੀਂ ਦੇ ਰਹੇ ਹਾਂ ਬੀਜੇਪੀ ਕਹਿ ਰਹੀ ਹੈ ਇਹ ਤੇ ਹੋਰ ਜਿਹੜੇ ਫੰਡ ਨੇ ਕਹਿੰਦੇ ਅਸੀਂ ਦੇ ਰਹੇ ਹਾਂ ਪੰਜਾਬ ਸਰਕਾਰ ਦੱਸੇ ਨਾ ਕਿ ਆਪਣੇ ਲੈਵਲ ਤੇ ਕੀ ਕਰ ਰਹੀ ਹੈ ਪਰਾਲੀ ਦੀ ਸੰਭਾਲ ਦੇ ਲਈ ਤੁਸੀਂ ਕੀ ਕੀਤਾ ਉਹ ਦੱਸੋ ਜੀ ਪਹਿਲੀ ਗੱਲ ਤਾਂ ਇਹਨਾਂ ਨੇ ਮੈਂ ਇਹਦੇ ਤੇ ਮੈਂ ਆਉਣਾ ਆ ਜਿਹੜੀ ਹਰਿਆਣਾ ਦੀ ਐਗਜ਼ਾਮਪਲ ਦਿੱਤੀ ਆ ਜੇ ਇਹ 2500 ਰੁਪਇਆ ਪਰ ਏਕੜ ਦਿੰਦੇ ਹੁੰਦੇ ਤਾਂ ਹੁਣ ਤੱਕ ਬਹੁਤ ਗੱਲਾਂ ਪਹੁੰਚ ਜਾਣੀਆਂ ਸੀ ਇੱਥੇ ਤੱਕ ਇਹ ਬਿਲਕੁਲ ਹਰ ਗੱਲ ਨੂੰ ਬਲਫ ਕਰ ਰਹੇ ਆ ਜਿਹੜੇ 76000 ਕਰੋੜ ਐਮਐਸਪੀ ਦਾ ਅਹਿਸਾਨ ਦੱਸ ਰਹੇ ਨੇ ਇੱਕ ਕਰਕੇ ਸੋਈ ਸਾਹਿਬ ਮੈਂ ਰਿਐਕਸ਼ਨ ਲਵਾਂਗਾ ਤੁਹਾਡੇ ਤੋਂ ਪਲੀਜ਼ ਥੋੜਾ ਇੰਤਜ਼ਾਰ ਕਰ ਲਓ ਜਾ ਰਹੀ ਹੈ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦੀ ਜਾ ਰਹੀ ਹੈ 1 ਰੁਪਈਆ ਵੀ ਉਹਦੇ ਨਾਲ ਵੱਧ ਨਹੀਂ ਦਿੰਦੇ ਉਹ ਸਾਰੀ ਜਿਣਸ ਜਿਹੜੀ ਆ ਪੂਰੇ ਇੰਡੀਆ ਨੂੰ ਫੀਡ ਕਰਨ ਲਈ ਖਰੀਦੀ ਜਾਂਦੀ ਹੈ ਔਰ ਉਸ ਕੀਮਤ ਦੀ ਪਰ ਉਹ ਕਹਿ ਰਹੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਪੰਜਾਬ ਸਰਕਾਰ ਆਪਣੇ ਲੈਵਲ ਤੇ ਕੀ ਕਰ ਰਹੀ ਹੈ ਅਸੀਂ ਇਹਨਾਂ ਨੂੰ ਪ੍ਰਪੋਜ਼ਲ ਬਣਾ ਕੇ ਭੇਜੀ ਸੀ ਉਹ ਚ ਸਾਡਾ ਸ਼ੇਅਰ ਸੀਗਾ ਫਿਰ ਜਾਂ ਤਾਂ ਸੰਘੇੜਾ ਸਾਹਿਬ 500 ਰੁਪਏ ਜਿਹੜਾ ਤੁਹਾਡਾ ਆਪਣੇ ਵਾਲੇ ਪਾਸੇ ਦਾ ਸੀ ਦਿੱਲੀ ਵਾਲੇ ਪਾਸੇ ਦਾ ਸੀ 1000 ਰੁਪਏ ਦੇਣਾ ਸ਼ੁਰੂ ਕਰ ਦਿਓ ਸਰਕਾਰਾਂ ਦੇ ਫੰਡ ਬੜੇ ਸੀਮਤ ਹੋ ਗਏ ਆ ਜੀਐਸਟੀ ਲਾਉਣ ਤੋਂ ਬਾਅਦ ਇਹਨਾਂ ਨੇ ਸੂਬਾ ਸਰਕਾਰਾਂ ਕੋਲ ਛੱਡਿਆ ਹੀ ਕੁਝ ਨਹੀਂ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜਾ ਸਬਸਿਡੀ ਦਾ ਵਰਤਾਰਾ ਨਾ ਐਗਰੀਕਲਚਰ ਸਬਸਿਡੀ ਇਹ ਸੋਈ ਸਾਹਿਬ ਵਿੱਚ ਨਾ ਬੋਲੋ ਫਿਰ ਗੱਲ ਕਲੀਅਰ ਨਹੀਂ ਹੋਣੀ ਸੋਈ ਸਾਹਿਬ ਵਿੱਚ ਨਾ ਬੋਲੋ ਜਿਹੜਾ ਸਬਸਿਡੀ ਦਾ ਵਰਤਾਰਾ ਆ ਨਾ ਵਰਲਡ ਵਾਈਡ ਐਗਰੀਕਲਚਰ ਲਈ ਵੱਖਰਾ ਆ ਈਵਨ ਵਰਲਡ ਕੰਟਰੀਜ਼ ਵੀ ਐਗਰੀਕਲਚਰ ਨੂੰ ਸਬਸਿਡਾਈਜ਼ ਕਰਦੇ ਆ ਜਾਂ ਟ੍ਰਾਂਸਪੋਰਟ ਕਰਦੇ ਆ ਦੋ ਚੀਜ਼ਾਂ ਕਿਸਾਨ ਹਰ ਜਗ੍ਹਾ ਧਰਨੇ ਲਾ ਕੇ ਲੋੜ ਹੈ ਅੱਜ ਇਹਨਾਂ ਨੇ ਧਰਨਾ ਸਰਕਾਰ ਦੇ ਵਾਸਤੇ ਵੀ ਨਹੀਂ ਇਸ ਤਰ੍ਹਾਂ ਨਹੀਂ ਸਮਝਦੇ ਪਲੇਅਰ ਹੈ ਨਹੀਂ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਮੈਂ ਸਾਡੇ ਨਾਲ ਡਾਕਟਰ ਸਾਹਿਬ ਜੁੜੇ ਹੋਏ ਨੇ ਮੈਂ ਉਹਨਾਂ ਦਾ ਇੱਕ ਰਿਐਕਸ਼ਨ ਲੈ ਲਵਾਂ ਸਮਾਂ ਬਹੁਤ ਪੂਰਾ ਹੈ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਆਪਣੇ ਸਮੇਂ 'ਚ ਆਪਾਂ ਸਾਰੇ ਆਪਣੀ ਗੱਲ ਰੱਖੀਏ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ ਕਿ ਆਖਿਰ ਜਿਸ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ ਵੱਖ-ਵੱਖ ਜਿਹੜੇ ਪੈਨਲਿਸਟ ਸਾਡੇ ਨਾਲ ਨੇ ਉਹਨਾਂ ਦੀ ਰਾਏ ਕੀ ਹੈ ਡਾਕਟਰ ਸਾਹਿਬ ਮੈਂ ਤੁਹਾਡਾ ਫਾਈਨਲ ਰਿਐਕਸ਼ਨ ਚਾਹੂੰਗਾ ਜਿਹੜਾ ਇਸ ਸਮੇਂ ਰੌਲਾ 2500 ਰੁਪਏ ਦਾ 1500 ਰੁਪਏ ਦਾ 1000 ਰੁਪਏ ਦਾ ਪੈ ਰਿਹਾ ਹੈ ਕਿ ਵਾਕਈ ਇਹੀ ਹੱਲ ਰਹਿ ਗਿਆ ਜਾਂ ਫਿਰ ਕੋਈ ਹੋਰ ਵੱਖਰੇ ਤਰੀਕੇ ਦੇ ਨਾਲ ਸੋਚਣ ਦੀ ਇਸ ਸਮੇਂ ਜ਼ਰੂਰਤ ਹੈ ਕਈ ਵਾਰ ਆਪਾਂ ਇੱਕ ਪੁਆਇੰਟ ਤੋਂ ਸੋਚਦੇ ਰਹਿੰਦੇ ਉੱਥੋਂ ਨਹੀਂ ਹੱਲ ਨਿਕਲਦਾ ਕਿ ਵਾਕਈ ਅੱਜ ਬਿਲਕੁਲ ਨਵੇਂ ਫਰੈਸ਼ ਐਂਗਲ ਤੋਂ ਸੋਚਣ ਕੋਈ ਐਸਾ ਹੈ ਐਂਗਲ ਜਿੱਥੋਂ ਇਹ ਸਰਕਾਰਾਂ ਨਹੀਂ ਸੋਚ ਪਾ ਰਹੀਆਂ ਗੌਰਵ ਜੀ ਮੈਂ ਇੱਕ ਜਿਹੜੀ ਗੱਲ ਕਰਨੀ ਚਾਹੁੰਦਾ ਆਪਣੇ ਬੀਜੇਪੀ ਵਾਲੇ ਭਰਾ ਨੂੰ ਯਾਦ ਕਰਾਉਣਾ ਚਾਹੁੰਦਾ ਹੈ ਕਿ ਜਿਹੜੀ ਕੋਵਿਡ ਤੋਂ ਫ੍ਰੀ ਰਾਸ਼ਨ ਦਾ ਪ੍ਰੋਗਰਾਮ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਨੇ 31 ਦਸੰਬਰ ਤੱਕ ਵਧਾਇਆ ਹੈ ਜੀ ਉਹ ਇੰਡੀਆ ਦੇ 60% ਲੋਕਾਂ ਨੂੰ ਫ੍ਰੀ ਅਨਾਜ ਦਿੱਤਾ ਜਾ ਰਿਹਾ ਹੈ 60% ਲੋਕਾਂ ਨੂੰ ਫ੍ਰੀ ਅਨਾਜ 31 ਦਸੰਬਰ ਤੱਕ ਸਕੀਮ ਵਧਾਈ ਹੈ ਜੀ ਉਹਦੇ ਵਿੱਚ ਘੱਟ 30-35% ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਦਾ ਪੈਦਾ ਕੀਤਾ ਹੋਇਆ ਅਨਾਜ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਸਾਰਾ ਕੁਝ ਸਟੇਟ ਗਵਰਨਮੈਂਟ ਤੇ ਸਿੱਟ ਰਹੀ ਹੈ ਉਹ ਜਦੋਂ ਫੂਡ ਸਿਕਿਉਰਿਟੀ ਲਈ
ਪਬਲਿਕ ਡਿਸਟ੍ਰੀਬਿਊਸ਼ਨ ਲਈ ਲੋਕਾਂ ਤੋਂ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦ ਰਹੀ ਹੈ, ਕੋਈ ਮੈਕਸਿਮਮ ਸਪੋਰਟ ਪ੍ਰਾਈਸ ਤੇ ਨਹੀਂ ਲੈ ਰਹੀ, ਮਾਰਕੀਟ ਪ੍ਰਾਈਸ ਤੇ ਨਹੀਂ ਲੈ ਰਹੀ, ਮਿਨੀਮਮ ਸਪੋਰਟ ਪ੍ਰਾਈਸ ਤੇ ਲਈ ਹੈ। ਇਸ ਲਈ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਜ਼ਿਆਦਾ ਹੈ, ਕਿਉਂਕਿ ਆਪਣੇ ਦੇਸ਼ ਦੀਆਂ ਜਿਹੜੀਆਂ ਬਹੁਤੀਆਂ ਸਟੇਟ ਗਵਰਨਮੈਂਟਸ ਨੇ, ਪੰਜਾਬ ਵੀ ਉਹਨਾਂ 'ਚ ਸ਼ਾਮਲ ਹੈ, ਉਹਨਾਂ ਦੀ ਵਿੱਤੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ। ਇਸ ਦਾ ਕਾਰਨ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਨੇ ਕਈ ਕਾਨੂੰਨ ਬਣਾ ਕੇ ਜਿਹੜਾ ਸਟੇਟਸ ਦਾ ਜਿਹੜਾ ਫੈਡਰਲਿਜ਼ਮ ਦਾ ਉਹ ਫਾਈਨੈਂਸ਼ੀਅਲੀ ਉਹਨਾਂ ਨੂੰ ਟਾਈਟ ਕੀਤਾ ਹੋਇਆ ਹੈ। ਉਹ ਨਵੇਂ ਕੋਈ ਕਰ ਨਹੀਂ ਲਾ ਸਕਦੇ, ਪੈਸੇ ਨਹੀਂ ਕਰ ਸਕਦੇ, ਇਸ ਕਰਕੇ ਸੈਂਟਰ ਗਵਰਨਮੈਂਟ ਦੀ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ। ਠੀਕ ਹੈ ਸਰ, ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਮਨਜੀਤ ਜੀ, ਇੱਕ ਛੋਟਾ ਜਿਹਾ ਰਿਐਕਸ਼ਨ ਤੁਹਾਡਾ ਪਲੀਜ਼, 30 ਸੈਕਿੰਡ ਤੋਂ ਜ਼ਿਆਦਾ ਸਮਾਂ ਨਾ ਲਿਓ। ਮਨਜੀਤ ਜੀ। ਮੈਂ ਤਾਂ ਸਿਰਫ ਗੌਰਵ ਜੀ ਇੰਨਾ ਕਹਾਂਗਾ ਕਿ ਸੋਈ ਸਾਹਿਬ ਕਹਿੰਦੇ ਆ ਕਿ 76,000 ਕਰੋੜ ਰੁਪਈਆ ਅਸੀਂ ਦਿੰਨੇ ਆ, ਉਹ ਬਿਲਕੁਲ ਸੰਘੇੜਾ ਸਾਹਿਬ ਦੀ ਗੱਲ, ਜਿਹੜੀ ਡਾਕਟਰ ਸਾਹਿਬ ਦੀ ਗੱਲ ਹੈ, ਉਹ ਜਿੰਸ ਖਰੀਦਦੇ ਆ ਜੀ ਇਹ, ਔਰ ਉਹ ਜਿੰਸ ਖਰੀਦ ਕੇ ਪੈਸੇ ਦਿੰਦੇ, ਕੋਈ ਦਾਨ ਨਹੀਂ ਦਿੰਦੇ। ਦੂਜੀ ਗੱਲ, ਇਹ ਜਿਹੜੀ ਗੱਲ ਕਹਿੰਦੇ ਨੇ ਕਿ ਭਾਈ ਇਹ ਜਾ ਕੇ ਲੁਧਿਆਣੇ ਪਤਾ ਕਰੋ, ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ 1 ਮਹੀਨਾ ਬਾਅਦ ਲੁਧਿਆਣੇ ਦਾ ਉੱਥੇ ਕੀ ਹੋਣਾ, IQ ਲੈਵਲ ਜਿਹੜਾ ਮੈਂ ਕਹਾਂ ਜਿੱਥੇ ਇੰਡਸਟਰੀ ਆ ਉੱਥੇ ਪੋਲਿਊਸ਼ਨ ਹੋਣਾ ਹੈ। ਇਹ ਕੇਵਲ ਕਿਸਾਨ ਨੂੰ ਭੰਡਿਆ ਜਾਂਦਾ। ਸੁਪਰੀਮ ਕੋਰਟ ਦਾ ਫੈਸਲਾ ਪਿਛਲੇ ਸਾਲ ਦਾ, ਉਹਨਾਂ ਨੇ ਦੱਸਿਆ ਸੀ ਕਿ 92 ਤੋਂ 94% ਜਿਹੜਾ ਪੋਲਿਊਸ਼ਨ ਹੈ ਆਪਣਾ ਹੈ ਦਿੱਲੀ ਦਾ, ਤੇ ਸਿਰਫ ਕਿਸਾਨ ਦਾ 6% ਹੈ। ਇਹ ਸੁਪਰੀਮ ਕੋਰਟ 'ਚ ਇਹਨਾਂ ਦੇ ਮਾਹਰ ਜਿਹੜੇ ਆ ਕੇਂਦਰ ਸਰਕਾਰ ਦੇ, ਉਹ ਨਹੀਂ ਦਿੱਤੇ ਉਹ ਆંકੜੇ ਜੀ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਪੂਰਾ। ਸੰਘੇੜਾ ਸਾਹਿਬ, ਇੱਕ ਤੁਹਾਡਾ ਵੀ ਫਾਈਨਲ, ਸਰਕਾਰ ਕੋਲ ਕੋਈ ਪਲਾਨ ਹੈ, ਪੱਕਾ ਪਲਾਨ ਹੈ ਕੋਈ ਪਰਾਲੀ ਦੇ ਲਈ? ਕਿਉਂਕਿ ਸਿਆਸੀ ਤੌਰ ਦੇ ਉੱਤੇ ਸਟੇਟਮੈਂਟਸ ਬਹੁਤ ਸਾਰੀਆਂ ਆਉਂਦੀਆਂ ਨੇ, ਪਰ ਲੋਕ, ਕਿਸਾਨ ਤੇ ਆਮ ਲੋਕ ਜਿਹੜੇ ਵੀ ਹੈਗੇ ਲੋਕ ਪੰਜਾਬ ਦੇ, ਚਾਹੁੰਦੇ ਨੇ ਕਿ ਪੱਕਾ ਹੱਲ ਕਰੋ। ਕੋਈ ਇਸ ਦਾ ਕੋਈ ਪੱਕਾ ਹੱਲ ਦੱਸੋ ਤਾਂ ਸਹੀ। ਕੀ ਗੌਰਵ ਜੀ, ਅਸੀਂ ਰੈਵਨਿਊ ਜਨਰੇਟ ਕਰ ਰਹੇ ਹਾਂ, ਇਹ ਸਾਡਾ ਪਹਿਲਾ ਸੀਜ਼ਨ ਸੀਗਾ। ਹੁਣ ਵੀ ਅਸੀਂ 20,000 ਇਹ ਪਿੰਡਾਂ ਤੱਕ ਅੰਕੜੇ ਵਧੇ ਆ ਸਰ, ਮੈਂ ਤਾਂ ਹੀ ਬਾਰ-ਬਾਰ ਕਹਿ ਰਿਹਾ ਅੰਕੜੇ ਵਧੇ ਆ। ਦੇਖੋ 2021 ਦੇ ਨਾਲ ਕੰਪੇਅਰ ਕਰ ਸਾਡੇ ਹਿਸਾਬ ਨਾਲ ਇੰਪਰੂਵ ਹੋਏ ਆ। ਚਲੋ ਆਪਾਂ ਹੁਣ ਐਟ ਦਾ ਐਂਡ ਆਫ ਦੀ ਇਹਦੇ 'ਚ ਟਾਈਮ ਨਹੀਂ ਵੇਸਟ ਕਰਦੇ, ਪਰ ਅਸੀਂ ਇਹਦੇ ਬਾਰੇ ਲੰਬੇ ਤੌਰ ਤੇ ਵੀ ਪਲਾਨ ਕਰ ਰਹੇ ਹਾਂ ਕੁਛ ਨਾ ਕੁਛ। ਜਿਸ ਤਰ੍ਹਾਂ ਭਈ ਹੁਣ 45% ਕੋਈ ਪੈਡੀ ਜਿਹੜੀ ਆ ਉਹ ਸਾਂਭੀ ਜਾਂਦੀ ਹੈ, ਬਾਕੀ ਨਹੀਂ ਸਾਂਭੀ ਜਾਂਦੀ। ਰੈਵਨਿਊ ਜਨਰੇਟ ਕਰਾਂਗੇ ਔਰ ਉਹਦੇ ਨਾਲ ਜਿਹੜਾ ਆ ਹੋਰ ਇਹ ਕਾਰਖਾਨੇ ਕੁਛ ਇਸ ਤਰ੍ਹਾਂ ਦੇ ਲਾਏ ਜਾਣਗੇ, ਜਾਂ ਜਿਹੜੀਆਂ ਮਸ਼ੀਨਾਂ ਹੈਗੀਆਂ ਜਿਹੜੀਆਂ ਗੱਠਾਂ ਬਣਾ ਦਿੰਦੀਆਂ ਜਾਂ ਪਾਸੇ ਕਰ ਦਿੰਦੀਆਂ, ਇਹਦੇ 'ਚ ਹੋਰ ਇਨਵੈਸਟਮੈਂਟ ਕਰਾਂਗੇ। ਕਿੰਨੇ ਸਾਲ ਲੋਕ ਇੰਤਜ਼ਾਰ ਕਰਨ? ਨਹੀਂ, ਤੁਹਾਨੂੰ ਉਮੀਦ ਕੀਤੀ ਜਾਵੇ ਕਿ 2027 ਤੱਕ ਤੁਹਾਡੀ ਸਰਕਾਰ ਹੈ, ਉਸ ਤੋਂ ਪਹਿਲਾਂ 0 ਨੰਬਰ ਤੇ ਆ ਜਾਾਂਗੇ ਆਪਾਂ ਕਿ 0 ਪਰਾਲੀ ਨੂੰ ਅੱਗ ਲਗਾਈ ਗਈ? ਐਸਾ ਪਲਾਨ ਹੈ ਤੁਹਾਡੇ ਕੋਲ? ਜਿਸ ਤਰ੍ਹਾਂ ਅਸੀਂ ਪਲਾਨ ਇਸ ਤਰ੍ਹਾਂ ਦਾ ਬਣਾ ਰਹੇ ਹਾਂ, ਜਿਸ ਤਰ੍ਹਾਂ ਹੁਣ ਕਣਕ ਦੇ ਵਿੱਚ ਇਦਾਂ ਦੇ ਚਾਂਸਸ ਬਹੁਤ ਘੱਟ ਹੁੰਦੇ ਆ, ਕਿਉਂਕਿ ਉਹਦਾ ਪ੍ਰੋਡਿਊਸ ਦਾ ਕੁਆਲਿਟੀ ਦਾ ਫਰਕ ਹੈ। ਉਹ ਪਸ਼ੂਆਂ ਨੂੰ ਖਾਣ ਲਈ ਵੀ ਠੀਕ ਹੈਗੀ, ਐਨੀਮਲਸ ਵਾਸਤੇ ਵੀ, ਪਰ ਇਹ ਗਾਈਆਂ ਦੇ ਮੱਝਾਂ ਦੇ ਵਾਸਤੇ ਖਾਣ ਲਈ ਇਹਦੀ ਥੋੜੀ ਜਿਹੀ ਕੁਆਂਟੀਟੀ ਦਾ ਠੀਕ ਹੈ। ਐਡੀਬਲ ਇਹਨੂੰ ਬਣਾਉਣਾ ਪੈਂਦਾ ਆ, ਜ਼ਿਆਦਾ ਨਹੀਂ ਪਸ਼ੂ ਪਾਈ ਜਾ ਸਕਦੀ। ਕੁਝ ਬਿਜਲੀ ਬਣਾਉਣ ਲਈ ਜ਼ਿਆਦਾ ਵਰਤੀ ਜਾਂਦੀ ਹੈ, ਕੁਝ ਅੰਤਰਰਾਸ਼ਟਰੀ ਤਰੀਕੇ ਹੈਗੇ ਆ। ਚਾਈਨਾ ਨੇ ਕਾਫੀ ਇਹਨੂੰ ਕੰਟਰੋਲ ਕੀਤਾ, ਹੋਰ ਦੇਸ਼ਾਂ ਦੇ ਐਗਜ਼ਾਮਪਲ ਹੈਗੀਆਂ। ਅਸੀਂ ਉਹਦੇ ਵਾਸਤੇ ਪਲਾਨਿੰਗ ਕਰ ਰਹੇ ਹਾਂ ਕਿ ਇਹਨੂੰ ਅਗਲੇ ਸਾਲ ਤੱਕ ਕਾਫੀ ਰਿਡਿਊਸ ਕੀਤਾ ਜਾਵੇ। ਫਾਈਨਲ ਦੇਖੋ, ਕਿਸਾਨਾਂ ਦੀ ਉਮੀਦ ਤੇ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਉਮੀਦ ਸੂਬਾ ਸਰਕਾਰ ਦੀ ਤਾਂ ਹੈ ਹੀ, ਸੈਂਟਰ ਵਾਲੇ ਪਾਸੇ ਹੈ ਕਿ ਸੈਂਟਰ ਕਿਸਾਨਾਂ ਦੇ ਮਸਲੇ ਉੱਤੇ ਕੋਈ ਨਾ ਕੋਈ ਬਾਹ ਫੜੇ ਤਾਂ ਹੀ ਗੱਲ ਬਣ ਸਕਦੀ ਹੈ, ਖਾਸ ਤੌਰ ਤੇ ਪਰਾਲੀ ਦੀ ਵੀ। ਦੇਖੋ ਗੌਰਵ ਜੀ, ਸੈਂਟਰ ਪੂਰਾ ਕਮਿਟਡ ਹੈਗਾ ਕਿ ਪੰਜਾਬ ਦੇ ਕਿਸਾਨ ਦੀ ਬਾਹ ਫੜ ਕੇ, ਇਸ ਕਰਕੇ ਕਈ ਸਾਰੀਆਂ ਸਕੀਮਾਂ ਲੈ ਕੇ ਆਉਂਦੀਆਂ ਹੈਗੀਆਂ ਤਾਂ ਕਿ ਪੰਜਾਬ ਦਾ ਕਿਸਾਨ ਜਿਹੜਾ ਸਬਸਿਡੀ ਦੇ ਉੱਪਰ ਮਸ਼ੀਨਾਂ ਖਰੀਦ ਸਕੇ। ਇਨਫੋਰਸਮੈਂਟ ਕਰਨੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਮੇਰੀ ਪੰਜਾਬ ਸਰਕਾਰ ਨੂੰ, ਜਿੱਦਾਂ ਹੁਣ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਫੈਡਰਲਿਜ਼ਮ ਹੈ, ਜਦੋਂ ਇੱਥੇ ਫੈਡਰਲਿਜ਼ਮ ਦੀ ਗੱਲ ਕਰਦੇ ਹੋ ਤੇ ਪੰਜਾਬ ਨੂੰ, ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ 1000 ਰੁਪਈਆ ਇਹਨਾਂ ਨੇ ਆਪਣੇ ਪੱਲਿਓਂ ਪਾਣਾ ਸੀਗਾ, ਅੱਜ ਪੰਜਾਬ ਦੇ ਕਿਸਾਨਾਂ ਨੂੰ ਉਹ 1000 ਰੁਪਈਆ ਦਵੇ। ਪੰਜਾਬ ਦੇ ਕਿਸਾਨ ਭਾਈਓ, ਇਹਨਾਂ ਕੋਲ 1000 ਰੁਪਈਆ ਡਿਮਾਂਡ ਕਰੋ, ਕਿਉਂਕਿ ਆ ਪਾਲਿਸੀ ਲੈ ਕੇ ਗਏ ਸੀ ਹਿੰਦੁਸਤਾਨ ਦੀ ਸਰਕਾਰ ਕੋਲ 20500 ਰੁਪਏ। ਠੀਕ ਹੈ, ਪਰ ਦੇਖੋ ਗੱਲ ਇਹ ਹੈ ਕਿ ਕਮਿਟਡ ਜਿੰਨੀ ਮਰਜ਼ੀ ਹੋਵੇ ਸੈਂਟਰ ਦੀ ਸਰਕਾਰ, ਜੇ ਪਰਾਲੀ ਨੂੰ ਅੱਗ ਲੱਗ ਰਹੀ ਹੈ ਤਾਂ ਕੁਐਸਚਨ ਹੋਣਗੇ ਸਰ, ਸਟੇਟ ਗਵਰਨਮੈਂਟ ਨੂੰ ਵੀ ਹੋਣਗੇ ਤੇ ਸੈਂਟਰ ਨੂੰ ਵੀ ਹੋਣਗੇ, ਤੁਹਾਨੂੰ ਵੀ ਸਵਾਲ ਹੋਣਗੇ। ਪੰਜਾਬ ਦੇ ਕਿਸਾਨਾਂ ਦੀ ਬਾਹ ਫੜੋ ਜੀ। ਚਲੋ ਠੀਕ ਹੈ, ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਿਹਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਸਰ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਚਰਚਾ ਦੇ ਬਾਅਦ ਇੱਕ ਚੀਜ਼ ਤਾਂ ਕਲੀਅਰ ਹੈ ਕਿ ਕੋਈ ਪੱਕਾ ਹੱਲ ਤਾਂ ਫਿਲਹਾਲ ਨਜ਼ਰ ਨਹੀਂ ਆ ਰਿਹਾ, ਪਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਕਿਵੇਂ ਜਾਵੇ? ਬਹੁਤ ਕਲੀਅਰ ਹੈ ਕਿ ਜਦੋਂ ਖਰਚਾ ਨਹੀਂ ਹੋਏਗਾ ਤਾਂ ਪਰਾਲੀ ਨੂੰ ਅੱਗ ਲੱਗਣ ਤੋਂ ਰੁਕੇਗੀ, ਜਾਂ ਫਿਰ ਖਰਚਾ ਜੋ ਹੋ ਰਿਹਾ ਹੈ ਉਹ ਪੇ ਕਰ ਦਿੱਤਾ ਜਾਏਗਾ, ਯਾਨੀ ਕਿਸਾਨਾਂ ਨੂੰ ਪੈਸੇ ਦੇ ਦਿੱਤੇ ਜਾਣਗੇ, ਫਿਰ ਪਰਾਲੀ ਨੂੰ ਅੱਗ ਲੱਗਣੀ ਰੁਕੇਗੀ। ਜਾਂ ਫਿਰ ਤੀਜਾ ਸੋਲੂਸ਼ਨ ਇਹ ਵੀ ਪੂਰੀ ਡਿਬੇਟ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਹੈ ਕਿ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੇ ਵਾਲੇ ਪਾਸੇ ਲੈ ਕੇ ਜਾਇਆ ਜਾਵੇ, ਤਾਂ ਕਿ ਨਾ ਤਾਂ ਉਹ ਝੋਨਾ ਬੀਜਣ, ਨਾ ਉਸ ਤੋਂ ਬਾਅਦ ਪਰਾਲੀ ਹੋਵੇ ਤੇ ਨਾ ਅੱਗ ਲਗਾਉਣ ਦੀ ਸਮੱਸਿਆ ਹੋਵੇ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਮੱਸਿਆ ਇਸ ਸਮੇਂ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਵਾਲੀ ਜੋ ਆਮ ਲੋਕਾਂ ਨੂੰ ਹੋ ਰਹੀ ਹੈ ਉਹ ਬਹੁਤ ਵੱਡੀ ਹੈ।
ਹੁਣ ਉਸ ਦੇ ਲਈ ਸਰਕਾਰਾਂ ਕੀ ਕਰਦੀਆਂ ਨੇ, ਚਾਹੇ ਸਟੇਟ ਹੋਵੇ ਸੈਂਟਰ ਹੋਵੇ, ਉਸ ਦੇ ਉੱਤੇ ਹੀ ਆਮ ਲੋਕਾਂ ਦੀ ਨਜ਼ਰ ਹੈ ਜੋ ਵੋਟ ਪਾਉਂਦੇ ਨੇ, ਅੱਖਾਂ ਮਲਦੇ ਹੋਏ, ਅੱਖਾਂ ਚੋਂ ਹੰਝੂ ਕੱਢਦੇ ਹੋਏ ਫਿਰ ਵੀ ਵੋਟ ਪਾਉਂਦੇ ਨੇ। ਪ੍ਰਾਈਮ ਟਾਈਮ ਚ ਅੱਜ ਦੇ ਲਈ ਇੰਨਾ।